ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਗਲ ਸੁਹਾਵਨ ਛਾਇਆ ਜਹਵਾ, ਬੈਸ ਸ਼੍ਰੀ ਨਾਨਕ ਬਿਖ ਤਹਿਵਾ। ਸਗਲ ਸੁਹਾਵਨ ਛਾਇਆ ਜਹਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਸਮੁੱਚੀ ਹੀ ਮਾਨਵਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁਭਾਏਮਾਨ ਤੋਂ ਸੁਭਾਏਮਾਨ ਹੋ ਰਹੀ ਗੁਰੂ ਖਾਲਸਾ ਸਾਧ ਸੰਗਤ ਜੀ, ਸ਼ਾਮਾਂ ਦੇ ਵੇਲੇ ਦੇ ਅੰਮ੍ਰਿਤਮਈ ਦੀਵਾਨ ਸਜੇ ਹਨ, ਜੋ ਕਿ ਕੁਝ ਦਿਨਾਂ ਤੋਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਆਪਾਂ ਸਰਵਣ ਕਰਦੇ ਪਏ ਆ। ਦੀਨ ਦੁਨੀਆ ਦੇ ਵਾਲੀ
ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਆਪ ਦੇ ਜੀਵਨ ਕਾਲ ਅੰਦਰ ਕੌਤਕ ਵਰਤਾਏ, ਜਿਨ੍ਹਾਂ ਜੀਵਾਂ ਦਾ ਕਲਿਆਣ ਕੀਤਾ, ਉਹਨਾਂ ਦੀਆਂ ਸਾਖੀਆਂ ਜੋ ਕਲਮਬੰਦ ਕੀਤੀ ਹੋਈ ਕ੍ਰਿਤ ਭਾਈ ਸੰਤੋਖ ਸਿੰਘ ਜੀ ਦੁਆਰਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜੋ ਇਹ ਵਾਰਤਾਵਾਂ ਪ੍ਰਸੰਗ ਆਪਾਂ ਸੁਣ ਰਹੇ ਹਾਂ। ਸੋ ਆਓ ਭਾਈ ਗੁਰੂ ਕੇ ਸਿੱਖ ਜਿਤਨੇ ਵੀ ਆਵਾਜ਼ ਨੂੰ ਸੁਣਦੇ ਪਏ ਹੈ, ਸਤਿਗੁਰਾਂ ਦੇ ਅੰਮ੍ਰਿਤਮਈ ਸਤ ਸੰਗਤ ਦਰਬਾਰ ਅੰਦਰ ਹਾਜ਼ਰੀਆਂ ਭਰੀਏ, ਲਾਭ ਪ੍ਰਾਪਤ ਕਰੀਏ, ਤਾਂ ਕਿ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਉਸ ਸਿੱਖਿਆ ਨੂੰ ਸ਼ਰਵਣ ਕਰਕੇ ਆਪ ਦੇ ਸਵਾਸਾਂ ਨੂੰ ਸਫਲਿਆਂ ਕਰੀਏ। ਜਿਹੜੇ ਸਤਿਗੁਰੂ ਦੀਨ ਦਿਆਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਵਕਤ ਧਰੂ ਲੋਕ ਤੋਂ ਮਾਤ ਲੋਕ ਵਿਖੇ ਆਏ, ਤਦੋਂ ਸਤਿਗੁਰੂ ਜੀ ਇੱਕ ਮਦਰਾਸ ਦੇ ਕਰੀਬਨ ਬੰਦਰਗਾਹ ਹੈ, ਜਿਸ ਨੂੰ ਕਿ ਮੱਛਲੀ ਬੰਦਰਗਾਹ ਦਾ ਨਾਮ ਕਵੀ ਜੀ ਨੇ ਪਿੱਛੇ ਬਿਆਨ ਕੀਤਾ ਹੈ। ਉਹ ਬੰਦਰਗਾਹ ਨੂੰ ਮੱਛਲੀ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉੱਥੇ ਪਹਿਲਾਂ ਮਛਲੀਆਂ ਦਾ ਬੜਾ ਵਪਾਰ ਹੁੰਦਾ ਸੀ। ਉੱਥੋਂ ਅੱਗੇ ਸਤਿਗੁਰੂ ਚੱਲ ਕੇ ਪਹਾੜੀ ਇਲਾਕਿਆਂ ਵੱਲ ਹੋ ਕੇ ਆ ਰਹੇ ਹੈ। ਇੱਕ ਇਹੋ ਜਿਹਾ ਪਹਾੜੀ ਹੈ ਜਿਸ ਦੇ ਬੜੇ ਰੁੱਖ ਲੱਗੇ ਹੋਏ ਹੈ, ਬਹੁਤ ਜੰਗਲ ਬਣਿਆ ਹੋਇਆ ਹੈ, ਅਤੇ ਫਿਰ ਐਸੇ ਐਸੇ ਰੁੱਖ ਨੇ ਜਿਨ੍ਹਾਂ ਰੁੱਖਾਂ ਨੂੰ ਇਤਨੇ ਕੁ ਫਲ ਲੱਗੇ ਹੈ ਕਿ ਮੰਨ ਲਓ ਬੰਦਾ ਖਾਂਦਾ ਖਾਂਦਾ ਰੱਜ ਜਾਏਗਾ, ਪਰ ਫਲ ਨਹੀਂ ਮੁੱਕਣ ਵਾਲੇ। ਫਲ ਇੰਨੇ ਜ਼ਿਆਦਾ ਸੀ ਕਿ ਜਿਹੜੀਆਂ ਰੁੱਖਾਂ ਦੀਆਂ ਸ਼ਾਖਾਵਾਂ ਸੀ, ਟਾਹਣੀਆਂ ਸੀ, ਉਹ ਹੇਠਾਂ ਨੀਚੇ ਨੂੰ ਲੱਗਦੀਆਂ ਸੀ। ਤਾਂ ਉਹ ਕਵੀ ਜੀ ਕਹਿੰਦੇ ਹੈ ਸਤਿਗੁਰੂ ਮਹਾਰਾਜ ਇੱਕ ਛਾਂ ਦੇ ਹੇਠਾਂ ਬੈਠੇ ਹੈ, ਅਤੇ ਅੱਗੇ ਜੋ ਕੌਤਕ ਵਾਪਰਦਾ ਹੈ ਉਹ ਆਓ ਆਪਾਂ ਵਿਚਾਰ ਨੂੰ ਲੜੀਵਾਰ ਰੂਪ ਵਿੱਚ ਸ਼ਰਵਣ ਕਰੀਏ। ਜਿਸ ਪ੍ਰਕਾਰ ਇਹ ਕਥਾ ਆ ਰਹੀ ਹੈ, ਇੱਕ ਦਫਾ ਰਸਨਾ ਪਵਿੱਤਰ ਕਰੀਏ, ਗੱਜ ਵੱਜ ਕੇ ਸਤਿਗੁਰਾਂ ਦਾ ਅੰਮ੍ਰਿਤਮਈ ਨਾਮ ਉਚਾਰਨ ਕਰੀਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਘਨ ਸੁਹਾਵਨ ਛਾਇਆ ਜਹਵਾ। ਕਹਿੰਦੇ ਜਿਹੜੀਆਂ ਪਹਾੜੀਆਂ ਸੀ, ਉਹ ਪਹਾੜੀਆਂ ਦੇ ਹੇਠਲੇ ਬੰਨੇ ਬੜੇ ਰੁੱਖ ਲੱਗੇ ਹੈ, ਇਤਨੇ ਸੰਘਣੇ ਕਿ ਮੰਨ ਲਓ ਕਿ ਰੋਸ਼ਨੀ ਉੱਥੇ ਹੈ ਹੀ ਨਹੀਂ ਹੈ, ਹਨੇਰਾ ਹੀ ਹਨੇਰਾ ਹੋਇਆ ਪਿਆ ਹੈ। ਇੰਨੀ ਛਾਂ ਹੈ ਰੁੱਖਾਂ ਦੀ ਕਿ ਸੂਰਜ ਦੀ ਰੌਸ਼ਨੀ ਅੰਦਰ ਆਉਣੀ ਬੜੀ ਮੁਸ਼ਕਿਲ ਬਣ ਰਹੀ ਹੈ। ਤਾਂ ਕਹਿੰਦੇ ਇੰਨੀਆਂ ਸੰਘਣੀਆਂ ਛਾਹਾਂ ਦੇ ਵਿੱਚ ਦੀਨ ਦੁਨੀਆ ਦੇ ਵਾਲੀ ਵੈਸੇ ਸ਼੍ਰੀ ਨਾਨਕ ਪਿਖ ਤਹਿਵਾ। ਉੱਥੇ ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਰੁੱਖ ਦੇ ਹੇਠਾਂ ਬੈਠ ਗਏ। ਉਹ ਕਿਉਂ ਬੈਠੇ ਹੈ? ਉਹ ਵਾਰਤਾ ਸੁਣੋ। ਬਰ ਫਰ ਮਥੁਰ ਤੋਰ ਮਰਦਾਨੇ, ਕਿਉਂਕਿ ਮਰਦਾਨੇ ਨੇ ਪਿੱਛੇ ਇਹ ਗੱਲ ਆਖੀ ਸੀ ਕਿ ਮਹਾਰਾਜ ਜਦੋਂ ਤੋਂ ਤੁਸੀਂ ਮੈਨੂੰ ਵਰ ਦਿੱਤਾ ਹੈ, ਮੇਰੀਆਂ ਤਮਾਮ ਭੁੱਖਾਂ ਤ੍ਰਿਸ਼ਨਾਵਾਂ ਮਿਟ ਗਈਆਂ ਨੇ। ਪਰ ਸਤਿਗੁਰੂ ਪਤਾ ਨਹੀਂ ਜਦੋਂ ਤੁਸੀਂ ਕਹਿੰਦੇ ਹੋ ਮਰਦਾਨਿਆਂ ਕੁਛ ਖਾਣਾ ਤੇ ਨਹੀਂ, ਤੁਹਾਡੇ ਕਹਿਣ ਦੀ ਦੇਰ ਹੈ ਕਿ ਮੈਨੂੰ ਭੁੱਖ ਲੱਗ ਜਾਂਦੀ ਆ। ਹੁਣ ਪਤਾ ਨਹੀਂ ਤੁਹਾਡੇ ਬਚਨ ਵਿੱਚ ਐਸਾ ਬਲ ਜੋ ਮੈਨੂੰ ਤੁਹਾਡੇ ਬਚਨ ਅਨੁਸਾਰ ਢਲਣਾ ਪੈਂਦਾ। ਅਤੇ ਮਰਦਾਨਾ ਜੀ ਕਹਿੰਦੇ ਸਤਿਗੁਰੂ ਹੁਣ ਕੁਛ ਸਿਖਾ ਦਿਓ, ਫਿਰ ਕੁਛ ਛਕਾਓ ਇਹੋ ਜਿਹਾ ਜੋ ਛਕ ਕੇ ਆਨੰਦ ਆ ਜਾਏ। ਅਤੇ ਸਤਿਗੁਰੂ ਹੁਣ ਜਿੱਥੇ ਬੜੇ ਫਲ ਲੱਗੇ ਹੋਏ ਹੈ ਐਸੇ ਬ੍ਰਿਸ਼ਾਂ ਦੇ ਕੋਲ ਲੈ ਗਏ ਹੈ। ਕਹਿੰਦੇ ਤਦੋਂ ਸਤਿਗੁਰੂ ਜੀ ਆਪ ਬੈਠੇ ਹੈ
ਤੇ ਮਰਦਾਨਾ ਜੀ ਅਤੇ ਬਾਲਾ ਜੀ ਨੂੰ ਦੋਨਾਂ ਨੂੰ ਭੇਜਿਆ ਵੀ ਤੁਸੀਂ ਫਲ ਲੈ ਆਓ। ਕਹਿਣ ਲੱਗੇ ਫਲ ਮਧੁਰ ਤੋਰ ਮਰਦਾਨੇ। ਮਰਦਾਨਾ ਜੀ ਨੇ ਫਿਰ ਮਿੱਠੇ ਮਿੱਠੇ ਫਲ ਤੋੜੇ, ਗੁਰ ਅਗਰਜ ਰਾਖੇ ਤਬ ਆਨੇ। ਤੇ ਫਿਰ ਭਾਈ ਮਰਦਾਨਾ ਜੀ ਦੀ ਐਸੀ ਅਥਾਹ ਸ਼ਰਧਾ ਕਿ ਮਰਦਾਨਾ ਜੀ ਸੋਚਦੇ ਆ ਪਹਿਲਾਂ ਮੈਂ ਨਹੀਂ ਛਕਣੇ ਹੈ, ਜਿਹੜੇ ਸਤਿਗੁਰਾਂ ਦੀ ਕਿਰਪਾ ਦੁਆਰਾ ਅਸੀਂ ਛਕਦੇ ਹਾਂ ਪਹਿਲਾਂ ਉਹਨਾਂ ਨੂੰ ਛਕਾਵਾਂ। ਇਹ ਮਨ ਵਿੱਚ ਠਾਣ ਕੇ ਮਰਦਾਨਾ ਜੀ ਸਤਿਗੁਰਾਂ ਦੇ ਅੱਗੇ ਮਿੱਠੇ ਮਿੱਠੇ ਫਲ ਭੇਟਾਂ ਕਰਦੇ ਹੈ ਕਿ ਐ ਸਤਿਗੁਰੂ ਜੀ ਪਹਿਲੇ ਤੁਸੀਂ ਛਕੋ ਫਿਰ ਅਸੀਂ ਛਕਾਂਗੇ। ਪਹਿਲਾਂ ਤੁਹਾਡਾ ਜਿੰਨਾ ਚਿੱਤ ਕਰਦਾ ਹੈ, ਜਿਤਨਾ ਤੁਹਾਡਾ ਮਨ ਕਰਦਾ ਹੈ ਓਨਾ ਛਕੋ। ਸੁੰਦਰ ਸਰਸ ਦੇਖ ਮਨ ਭਾਏ। ਕਹਿਣ ਲੱਗੇ ਭਾਵੇਂ ਕਿ ਉਹ ਫਲ ਇੰਨੇ ਰਸੀਲੇ ਸੀ ਨਾ, ਮਿੱਠੇ ਸੀ, ਦੇਖਣੇ ਕਰਕੇ ਪਤਾ ਲੱਗਦਾ ਸੀ। ਪੱਕੇ ਜਦੋਂ ਫਲ ਹੁੰਦੇ ਹੈ ਤੇ ਉਹ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਾਫੀ ਮਿੱਠੇ ਹੋਣਗੇ, ਰਸੀਲੇ ਹੋਣਗੇ। ਕਹਿਣ ਲੱਗੇ ਉਹ ਮਿੱਠੇ ਫਲਾਂ ਨੂੰ ਦੇਖ ਕੇ ਭਾਵੇਂ ਕਿ ਹਰ ਕਿਸੇ ਆਦਮੀ ਦਾ ਮਨ ਲਲਚਾਏ ਮਾਨ ਹੋ ਸਕਦਾ ਸੀ, ਪਰ ਧੰਨ ਹੈ ਭਾਈ ਮਰਦਾਨਾ ਜੀ। ਕਹਿੰਦੇ ਪਹਿਲਾਂ ਅਸੀਂ ਨਹੀਂ ਛਕਣੇ ਹੈ, ਪਹਿਲਾਂ ਸਤਿਗੁਰਾਂ ਨੂੰ ਛਕਾਵਾਂਗੇ। ਇਉਂ ਕਰਕੇ ਸ਼੍ਰੀ ਗੁਰ ਕਰ ਮੈਂ ਅਰਧ ਉਠਾਏ। ਇਸ ਤਰ੍ਹਾਂ ਮਰਦਾਨਾ ਜੀ ਨੇ ਕੁਝ ਕੁ ਫਲ ਤੋੜ ਕੇ ਤੇ ਆਪ ਦੇ ਜੋ ਉਹਨਾਂ ਨੇ ਪਰਨਾ ਮੋਢੇ 'ਤੇ ਰੱਖਿਆ ਹੋਇਆ ਸੀ ਉਹ ਪਰਨੇ ਉੱਪਰ ਸਭ ਫਲ ਤੋੜ ਕੇ ਲੈ ਜਾਂਦੇ ਹੈ ਤੇ ਅੱਗੇ ਚਾਦਰ ਵਿਛਾ ਕੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਛਕ ਲਓ। ਸਤਿਗੁਰੂ ਜੀ ਨੇ ਆਪ ਦੇ ਹਸਤ ਕਮਲਾਂ ਨਾਲ ਅੱਧੇ ਕੁ ਫਲ ਜਿਹੜੇ ਆ ਚੁੱਕ ਲਏ ਹਨ। ਮੂਕਉ ਦੀਨੇ ਤਿਹ ਕਾਲਾ। ਤਦੋਂ ਫਿਰ ਉਹ ਫਲ ਜਿਹੜੇ ਹੈ ਸਤਿਗੁਰੂ ਜੀ ਕਹਿਣ ਲੱਗੇ ਐ ਬਾਲਾ ਜੀ ਤੁਸੀਂ ਵੀ ਛਕੋ, ਪਹਿਲਾਂ ਤੁਸੀਂ ਛਕ ਲਓ ਕਿਉਂਕਿ ਤੁਸੀਂ ਵੀ ਸਾਡੇ ਨਾਲ ਆਏ ਹੋ। ਇੱਦਾਂ ਕਰਕੇ ਸਤਿਗੁਰੂ ਜੀ ਨੇ ਉਹ ਫਲ ਜਿਹੜੇ ਆਪ ਫੜੇ ਹੈ ਉਹ ਭਾਈ ਬਾਲਾ ਜੀ ਨੂੰ ਦੇ ਦਿੱਤੇ। ਰਾਖੇ ਅਰਧ ਆਪ ਕਿਰਪਾਲਾ। ਅੱਧੇ ਸਤਿਗੁਰਾਂ ਨੇ ਭਾਵ ਕਿ ਚੌਥਾ ਹਿੱਸਾ ਸਤਿਗੁਰਾਂ ਨੇ ਆਪ ਰੱਖ ਲਿਆ ਹੈ। ਅੱਧੇ ਜਿਹੜੇ ਫਲ ਹੈ ਉਹ ਮਰਦਾਨਾ ਜੀ ਨੂੰ ਦੇ ਦਿੱਤੇ ਹੈ ਤੇ ਫਿਰ ਜਿਹੜੇ ਆਪ ਅੱਧੇ ਉਠਾਏ ਸੀ ਉਹਨਾਂ 'ਚੋਂ ਅੱਧਾ ਹਿੱਸਾ ਬਾਲਾ ਜੀ ਨੂੰ ਦੇ ਦਿੱਤਾ। ਤੇ ਹੁਣ ਸਤਿਗੁਰੂ ਜੀ ਆਪ ਛਕਣ ਲੱਗੇ। ਮਰਦਾਨਾ ਤੋਰੈ ਸੋ ਖਾਵਤ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਤੇ ਬੜੇ ਥੋੜ੍ਹੇ ਜਿਹੇ ਆ, ਮੈਂ ਹੋਰ ਜਾ ਕੇ ਤੋੜ ਕੇ ਲਿਆਉਂਦਾ ਹਾਂ। ਇੱਦਾਂ ਕਹਿੰਦੇ ਹੋਏ ਭਾਈ ਮਰਦਾਨਾ ਜੀ ਹੁਣ ਫਲ ਤੋੜ ਤੋੜ ਕੇ ਖਾਂਦੇ ਹੈ ਤੇ ਉਦੋਂ ਤੱਕ ਖਾਣੋਂ ਨਹੀਂ ਹਟੇ ਜਿੰਨਾ ਚਿਰ ਪੇਟ ਨਹੀਂ ਭਰਦਾ ਹੈ। ਕਹਿੰਦੇ ਤੋੜੀ ਜਾਂਦੇ ਹੈ, ਤੋੜੀ ਜਾਂਦੇ ਹੈ ਤੇ ਤੋੜ ਤੋੜ ਕੇ ਖਾਈ ਜਾਂਦੇ। ਸਾਧ ਸੁਧਾ ਸਮ ਅਧਿਕ ਅਘਾਵਤ। ਉਹਦਾ ਸਵਾਦ ਅੰਮ੍ਰਿਤ ਵਰਗਾ ਸੀ। ਇੰਨੇ ਰਸੀਲੇ ਫਲ ਕੋਈ ਵੀ ਛਕੇ ਜੋ ਕਦੇ ਵੀ ਕਿਸੇ ਨੇ ਐਸੇ ਫਲ ਦੇਖੇ ਨਾ ਹੋਣ, ਕਿਉਂਕਿ ਪਹਾੜਾਂ ਵਿੱਚ ਕੁਝ ਇਹੋ ਜਿਹਾ ਰਸੀਲਾ ਉਪਜਾਊ ਜ਼ਮੀਨਾਂ ਹੁੰਦੀਆਂ ਨੇ ਜਿਹੜੇ ਫਲ ਫੁੱਲ ਉੱਥੇ ਕਾਫੀ ਹੁੰਦੇ ਹੈ। ਜਿਵੇਂ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਇੱਧਰ ਜਿਵੇਂ ਕਣਕ ਝੋਨਾ ਇਤਿਆਦਿ, ਇਸੇ ਤਰ੍ਹਾਂ ਹੋਰ ਜ਼ਮੀਨਾਂ ਦਾ ਵੱਖ ਵੱਖ ਹਿਸਾਬ ਹੁੰਦਾ ਹੈ। ਕਈ ਜ਼ਮੀਨਾਂ ਇਹੋ ਜਿਹੀਆਂ ਨੇ ਜਿੱਥੇ ਬਦਾਮ, ਇਸੇ ਤਰ੍ਹਾਂ ਕਾਜੂ ਨਹੀਂ, ਸੋ ਹੋਰ ਜਿਹੜੇ ਮਿੱਠੇ ਮਿੱਠੇ ਪਦਾਰਥ ਜਿਹੜੇ ਉੱਗਦੇ ਹੈ। ਤਾਂ ਇਸੇ ਤਰ੍ਹਾਂ ਪਹਾੜੀ ਇਲਾਕੇ ਵਿੱਚ ਕੁਝ ਆਪਣਾ ਉਸ ਸਮੇਂ ਦਾ, ਉਸ ਜਗ੍ਹਾ ਦਾ ਪ੍ਰਭਾਵ ਹੁੰਦਾ। ਤਾਂ ਕਹਿਣ ਲੱਗੇ ਇੰਨੇ ਮਿੱਠੇ ਫਲ ਸੀ ਕੋਈ ਵੀ ਖਾ ਕੇ ਮੋਹਿਤ ਹੋ ਸਕਦਾ ਸੀ। ਮਰਦਾਨਾ ਜੀ ਬੜੀ ਭਾਵਨਾ ਨਾਲ ਪ੍ਰੇਮ ਨਾਲ ਛਕਦੇ ਹਨ। ਦੋਹਰਾ ਸ਼ੋਰ ਛਕੈ ਨਹਿ ਖਾਏ ਬਹੁ ਗਰਦ ਉਧਰੰਗਪੂਰ। ਮਰਦਾਨਾ ਜੀ ਛਕੀ ਜਾ ਰਹੇ ਆ। ਹੁਣ ਲਾਲਚ ਕਰਦੇ ਆ, ਪੇਟ ਤਾਂ ਭਰ ਗਿਆ ਹੈ ਪਰ ਹੁਣ ਸੋਚਦੇ ਆ ਵੀ ਗਲੇ ਤੱਕ ਪੂਰਾ ਲੱਪਾ ਲੱਪ ਖਾ ਲਈਏ। ਇੱਦਾਂ ਕਰਦੇ ਹੋਏ ਮਰਦਾਨਾ ਜੀ ਫਲ ਤੋੜੀ ਜਾਂਦੇ ਆ ਤੇ ਖਾਈ ਜਾਂਦੇ ਆ ਤੇ ਸਤਿਗੁਰੂ ਦੇਖ ਦੇਖ ਕੇ ਮੁਸਕਰਾ ਰਹੇ ਨੇ। ਜਿਵੇਂ ਬਾਪ ਆਪਦਿਆਂ ਬੱਚਿਆਂ ਦੇ ਖੇਲਾਂ ਨੂੰ ਦੇਖ ਕੇ ਮੁਸਕਰਾਉਂਦਾ ਹੈ ਨਾ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਭਨਾਂ ਦੇ ਮਾਲਕ ਹੈ ਭਾਈ ਮਰਦਾਨਾ ਜੀ ਦੇ ਇਹੋ ਜਿਹੇ ਕੌਤਕ ਦੇਖ ਦੇਖ ਕੇ ਹੱਸਦੇ। ਮਹਿ ਚੋਰ ਚੀਰ ਮਹਿ ਪਾਏ ਕਛ ਬਾਂਧੇ ਸਵਾਧਨ ਪੂਰ। ਪਰ ਮਰਦਾਨਾ ਜੀ ਨੇ ਸੋਚਿਆ
ਵੀ ਇੰਨੇ ਫਲ ਮਿੱਠੇ ਮਿੱਠੇ ਹੈ ਵੀ ਜੇ ਮੈਂ ਹੁਣ ਸਾਰੇ ਖਾ ਲਏ ਅਤੇ ਬਾਅਦ ਵਿੱਚ ਭਲਾ ਮੈਂ ਕੀ ਖਾਵਾਂਗਾ। ਇਹ ਉਹ ਮਨ ਵਿੱਚ ਸੋਚ ਕੇ ਅਤੇ ਜਿਹੜਾ ਗਲੇ ਵਿੱਚ ਮੋਢੇ 'ਤੇ ਪਰਨਾ ਰੱਖਿਆ ਹੋਇਆ ਸੀ ਉਹ ਪਰਨਾ ਲਾ ਕੇ ਅਤੇ ਉਹਦੇ ਵਿੱਚ ਫਿਰ ਫਲ ਤੋੜ ਕੇ ਅਤੇ ਗੱਠ ਬੰਨ੍ਹ ਲਈ ਹੈ। ਸੋਚਦੇ ਹੈ ਰਸਤੇ ਵਿੱਚ ਫੇਰ ਭੁੱਖ ਲੱਗੇਗੀ ਅਤੇ ਫੇਰ ਖਾ ਲਵਾਂਗੇ, ਜਦੋਂ ਜੀਅ ਕਰੇਗਾ ਵਿੱਚੋਂ ਇੱਕ ਅੱਧਾ ਕੱਢ ਕੇ ਖਾ ਲਵਾਂਗਾ। ਇਹੋ ਮਨ ਵਿੱਚ ਵਿਚਾਰ ਕਰਕੇ ਮਰਦਾਨਾ ਜੀ ਨੇ ਹੋਰ ਫਲ ਤੋੜ ਲਏ। ਚੌਪਈ ਬੈਸਿਓ ਗੁਰ ਸਮੀਪ ਸੋ ਆਨਾ। ਹੁਣ ਚੁੱਪ ਚਪੀਤਾ ਆ ਕੇ ਨਾ ਫਲ ਖਾ ਖੂ ਕੇ ਅਤੇ ਆਪ ਦੀ ਗੰਠੜੀ ਬੰਨ੍ਹ ਕੇ ਅਤੇ ਹੁਣ ਸਤਿਗੁਰਾਂ ਦੇ ਕੋਲ ਆਣ ਕੇ ਬੈਠ ਗਿਆ ਹੈ। ਦੱਬੇ ਪੈਰੀ ਹੋ ਕੇ ਬਿਗਸਤ ਬੋਲੇ ਮਇਆ ਨਿਧਾਨਾ। ਖੁਸ਼ ਹੋ ਕੇ ਸਤਿਗੁਰੂ ਜੀ ਕਿਰਪਾ ਦੇ ਘਰ ਆਪ ਦੇ ਮੁਖ ਤੋਂ ਕਹਿਣ ਲੱਗੇ, ਜੇ ਨਾ ਅਘਾਇਓ ਔਰਹਿ ਲੀਜੈ। ਐ ਮੇਰੇ ਮਿੱਤਰ, ਐ ਭਾਈ ਮਰਦਾਨਾ ਜੀ, ਜੇਕਰ ਨਹੀਂ ਪੇਟ ਭਰਿਆ ਤੇ ਹੋਰ ਤੋੜ ਲਿਆਓ। ਇੱਥੇ ਕੋਈ ਮਨਾ ਨਹੀਂ ਕਰਦਾ ਹੈ, ਇੱਥੇ ਕੋਈ ਤੁਹਾਨੂੰ ਰੋਕੇਗਾ ਟੋਕੇਗਾ ਨਹੀਂ। ਕਿਉਂਕਿ ਆਪ ਜੀ ਨੇ ਸੁਣਿਆ ਹੋਵੇਗਾ ਕਿ ਸ਼ੇਖ ਫਰੀਦ ਜੀ ਇੱਕ ਵਾਰੀ ਕਿਸੇ ਬਾਗ ਦੇ ਨੇੜਿਓਂ ਦੀ ਜਾ ਰਹੇ ਸੀ ਅਤੇ ਉਹ ਬਾਗ ਵਿੱਚ ਖਰਬੂਜੇ ਲੱਗੇ ਸੀ। ਫਰੀਦ ਜੀ ਦਾ ਮਨ ਲਲਚਾਈਮਾਨ ਹੋਇਆ। ਖਰਬੂਜੇ ਜਦੋਂ ਤੋੜਨ ਲੱਗੇ ਅਤੇ ਜਿਹੜਾ ਬਾਗ ਦਾ ਮਾਲੀ ਸੀ ਉਹ ਫਰੀਦ ਜੀ ਨੂੰ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਐਡਾ ਜਵਾਨ ਹੈ, ਕਿਉਂਕਿ ਫਰੀਦ ਜੀ ਦਾ ਸਰੀਰ ਤਕੜਾ ਸੀ। ਕਹਿੰਦਾ ਐਡਾ ਜਵਾਨ ਬਲਵਾਨ ਹੈ, ਤੂੰ ਆਪ ਕਿਉਂ ਨਹੀਂ ਬਾਗ ਬੀਜ ਲੈਂਦਾ, ਤੂੰ ਆਪ ਕਿਉਂ ਨਹੀਂ ਫਲ ਲਗਾ ਕੇ ਖਾ ਲੈਂਦਾ। ਇੱਦਾਂ ਉਹਨੇ ਧ੍ਰਿਗਾਕਾਰ ਲਾਹਨਤਾਂ ਪਾਈਆਂ। ਅਤੇ ਫਰੀਦ ਜੀ ਫਿਰ ਛਿੱਲੜ ਖਾ ਖਾ ਕੇ ਨਾ ਅਤੇ ਜਾਣ ਲੱਗੇ ਆ ਨਾ ਜਦੋਂ, ਉਹਨੇ ਫਿਰ ਵੀ ਫਰੀਦ ਜੀ ਨੂੰ ਭਜਾ ਦਿੱਤਾ ਹੈ। ਫਿਰ ਤਾਂ ਫਰੀਦ ਜੀ ਨੇ ਮਨ ਵਿੱਚ ਇਹ ਸੋਚਿਆ ਵੀ ਜੇ ਛਿੱਲੜ ਖਾਣ ਲੱਗਿਆਂ ਵੀ ਗਾਲਾਂ ਪੈਂਦੀਆਂ ਨੇ ਅਤੇ ਜਿਹੜੇ ਪੂਰਾ ਖਾ ਜਾਂਦੇ ਉਹਨਾਂ ਦੀ ਕੀ ਹਾਲਤ ਬਣਦੀ ਹੋਵੇਗੀ। ਸੋ ਰਹੋ ਵਿਚਾਰ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਇੱਥੇ ਕਿਸੇ ਦਾ ਕੋਈ ਮਲਕੀਅਤ ਨਹੀਂ ਹੈ ਇਸ ਜਗ੍ਹਾ 'ਤੇ। ਇੱਥੇ ਮਰਦਾਨਾ ਜੀ ਜਿੰਨੀ ਇੱਛਾ ਹੈ ਨਾ, ਜੋ ਤੁਹਾਡਾ ਮਨ ਕਹਿੰਦਾ ਹੈ ਰੱਜ ਰੱਜ ਕੇ ਖਾਓ, ਇੱਥੇ ਤੁਹਾਨੂੰ ਕੋਈ ਮਨਾ ਨਹੀਂ ਕਰਦਾ। ਸ਼੍ਰੀ ਪ੍ਰਭ ਮੈਂ ਬਹੁ ਰਹਿਓ ਅਘਾਈ। ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਹੁਣ ਤਾਂ ਢਿੱਡ ਪੱਟਨੇ ਆ ਗਿਆ, ਹੁਣ ਤਾਂ ਮਹਾਰਾਜ ਬਹੁਤਾ ਰੱਜ ਗਿਆ ਹਾਂ, ਹੁਣ ਨਹੀਂ ਮਹਾਰਾਜ ਕੁਝ ਵੀ ਲੰਘਦਾ, ਬਿਲਕੁਲ ਜ਼ਿਆਦਾ ਰੱਜ ਗਿਆ ਹਾਂ। ਹੁਣ ਤਾਂ ਮਹਾਰਾਜ ਇੱਕ ਥੋੜ੍ਹੀ ਜਿੰਨਾ ਵੀ ਜੇ ਤੁਸੀਂ ਕਹੋ ਨਾ ਅਤੇ ਉਹ ਵੀ ਜਗ੍ਹਾ ਨਹੀਂ ਮੇਰੇ ਕੋਲ ਹੈ, ਬਲਕਿ ਪੂਰਾ ਹੀ ਮੈਂ ਹੁਣ ਲੱਪ ਭਰ ਗਿਆ ਹਾਂ। ਖਾਵਨ ਤ੍ਰਿਸ਼ਨਾ ਸਕਲ ਮਿਟਾਈ। ਮਹਾਰਾਜ ਜਦੋਂ ਮੈਂ ਖਾ ਰਿਹਾ ਸੀ ਉਦੋਂ ਸੋਚਦਾ ਸੀ ਵੀ ਸਭ ਕੁਝ ਖਾ ਲਵਾਂਗਾ, ਕਿਉਂਕਿ ਸਵਾਦ ਹੀ ਇੰਨੇ ਸੀ। ਪਰ ਪੇਟ ਦੀ ਵੀ ਕੋਈ ਹੱਦ ਹੁੰਦੀ ਹੈ, ਕਿੰਨਾ ਕੁ ਮਨੁੱਖ ਖਾ ਸਕੇਗਾ। ਅਖੀਰ ਕਹਿ ਦੇਗਾ ਬਸ ਹੁਣ ਨਹੀਂ ਮੈਂ ਖਾ ਸਕਦਾ। ਸੋ ਮਰਦਾਨਾ ਜੀ ਕਹਿਣ ਲੱਗੇ, ਮੈਂ ਤ੍ਰਿਸ਼ਨਾ ਸਾਰੀ ਆਪ ਦੀ ਮੇਟ ਲਈ ਹੈ। ਜਿੰਨੇ ਮੇਰੇ ਮਨ ਵਿੱਚ ਇੱਛਾ ਸੀ, ਤਮਾ ਸੀ, ਉਹ ਸਭ ਮੈਂ ਫਲ ਖਾ ਕੇ ਮੇਟ ਲਈ। ਜੇ ਅਬ ਰਾਵਰ ਕੀ ਰੁਚ ਦੇਵਨ। ਹਾਂ ਹੁਣ ਮਰਦਾਨਾ ਜੀ ਫਿਰ ਕਹਿਣ ਲੱਗੇ ਹੈ, ਕਹਿੰਦੇ ਵੈਸੇ ਤਾਂ ਮੇਰਾ ਢਿੱਡ ਭਰ ਗਿਆ ਹੈ, ਪਰ ਫਿਰ ਵੀ ਜੇਕਰ ਤੁਹਾਡੀ ਇੱਛਾ ਹੈ ਹੋਰ ਖਵਾਵਣੇ ਦੀ ਤਾਂ ਨਿਜ ਕਰ ਸੋ ਗੁਰ ਫਰ ਜੁਗ ਦੀਨੇ। ਸੋ ਇੱਕ ਦੋਇ ਦੇਹੋ ਖਾਵੋ ਕਰ ਦੇਵਨ। ਮਰਦਾਨਾ ਜੀ ਕਹਿਣ ਲੱਗੇ ਵੀ ਉੱਦਾਂ ਤਾਂ ਮੇਰਾ ਢਿੱਡ ਭਰਿਆ ਹੈ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਫਿਰ ਇੱਕ ਅੱਧਾ ਮੈਨੂੰ ਹੋਰ ਖਵਾ ਦਿਓ। ਤੁਹਾਡੇ ਕਹਿਣ 'ਤੇ ਮੈਂ ਮਨਾ ਨਹੀਂ ਕਰਦਾ, ਉੱਦਾਂ ਮੇਰਾ ਢਿੱਡ ਬਿਲਕੁਲ ਭਰਿਆ ਹੋਇਆ ਹੈ, ਹੁਣ ਤਾਂ ਮੇਰੇ ਪੇਟ ਦੀ ਪੂਰਤੀ ਹੋਈ ਹੈ। ਪਰ ਤੁਹਾਡੇ ਬਚਨ ਦੀ ਲਾਜ ਰੱਖਣ ਵਾਸਤੇ ਜੇ ਤੁਹਾਡਾ ਚਿੱਤ ਕਰਦਾ ਹੈ ਅਤੇ ਇੱਕ ਦੋ ਮੈਨੂੰ ਫਿਰ ਖਵਾ ਦਿਓ ਹੋਰ, ਮੈਂ ਖਾ ਲਵਾਂਗਾ। ਇੱਦਾਂ ਕਹਿ ਕੇ ਨਿਜ ਕਰ ਸੋ ਗੁਰ ਫਰ ਜੁਗ ਦੀਨੇ। ਫਿਰ ਸਤਿਗੁਰੂ ਜੀ ਨੇ 2 ਫਲ ਹੋਰ ਭਾਈ ਮਰਦਾਨੇ ਨੂੰ ਫੜਾ ਦਿੱਤੇ ਹੈ ਵੀ ਲੈ ਐ ਮੇਰੇ ਮਿੱਤਰ, ਤੂੰ ਇਹ ਭੋਜਨ ਛਕ, ਇਹ ਫਲ ਛਕ, ਅਤੇ ਜਿੰਨਾ ਤੇਰਾ ਜੀਅ ਕਰਦਾ ਹੋਰ ਫੜ ਲੈ, ਤੈਨੂੰ ਮਨਾ ਨਹੀਂ ਕੋਈ ਕਰਦਾ। ਲੈ ਕਰ ਤਬ ਹੀ ਖਾਵਨ ਕੀਨੇ। ਔਰ ਹੈਰਾਨੀ ਵਾਲੀ ਗੱਲ, ਹੁਣੇ ਮਰਦਾਨਾ ਜੀ ਕਹਿੰਦੇ ਸੀ ਮੇਰਾ ਢਿੱਡ ਭਰਿਆ ਹੈ, ਥੋੜ੍ਹਾ ਜਿੰਨਾ ਵੀ ਲੰਘਣ ਜਿੰਨੀ ਜਗ੍ਹਾ ਨਹੀਂ ਹੈ, ਅਤੇ ਹੁਣ ਫਿਰ ਸਤਿਗੁਰਾਂ 'ਚ ਬਚਨ ਕਰਕੇ 2-4 ਫਿਰ ਖਾ ਵੀ ਲਏ। ਇਹ ਫਿਰ ਮਰਦਾਨਾ ਜੀ ਸਤਿਗੁਰਾਂ ਦੇ ਬਚਨ ਨੂੰ ਕਦੇ ਨਹੀਂ ਸੀ ਮੋੜਦੇ। ਇਸ ਤੋਂ ਇਹ ਸਿੱਧ ਹੈ ਕਿ ਭਾਵੇਂ ਮਰਦਾਨਾ ਜੀ ਦਾ ਕੁਝ ਵੀ ਕਰਨ ਨੂੰ ਚਿੱਤ ਨਹੀਂ ਸੀ ਕਰਦਾ, ਪਰ ਸਤਿਗੁਰਾਂ ਦੀ ਆਗਿਆ ਵਿੱਚ ਬੱਝੇ ਹੋਏ ਮਨਾ ਨਹੀਂ ਸੀ ਕਦੇ ਕਰਦੇ। ਇਹ ਪੀਰਾਂ ਫਕੀਰਾਂ ਦੀ ਚਾਕਰੀ ਬੜੀ ਕਰੜੀ ਹੈ,
ਕੋਈ ਵਿਰਲਾ ਹੈ ਇਸ ਨੂੰ ਮੰਨਣ ਵਾਲਾ, ਕੋਈ ਵਿਰਲਾ ਹੈ ਜੋ ਇਸ ਚਾਕਰੀ ਨੂੰ ਕਰ ਸਕਦਾ, ਨਹੀਂ ਤੇ ਮਨੁੱਖ ਹਮੇਸ਼ਾ ਆਪ ਦੀ ਮਨੌਤ ਮੰਨਣ 'ਤੇ ਲੱਗਾ ਰਹਿੰਦਾ ਹੈ। ਮਰਦਾਨਾ ਜੀ ਨੇ ਸਤਿਗੁਰਾਂ ਦਾ ਬਚਨ ਮੰਨ ਕੇ ਤੇ 2-3 ਫਲ ਹੋਰ ਖਾ ਲਏ। ਖਾਣੇ ਕੀ ਰੁਚ ਉਧਰ ਅਘਾਇਓ, ਖਾ ਕੇ ਫਿਰ ਕਹਿਣ ਲੱਗੇ ਪੇਟ ਭਰ ਗਿਆ, ਦੇਹ ਫਲ ਬਾਹਰੋਂ ਬਹਿਨ ਅਲਾਇਓ। ਇਸ ਤਰ੍ਹਾਂ ਫਿਰ ਥੋੜ੍ਹੇ ਸਮੇਂ ਬਾਅਦ ਮਰਦਾਨਾ ਜੀ ਨੇ ਕਿਹਾ ਸਤਿਗੁਰਾਂ ਦੇ ਤਾਈਂ ਦੋਹਰਾ, ਸਾਧ ਸੁਧਾ ਸਮ ਫਲ ਮਧੁਰ, ਇਹਾਂ ਕੌਣ ਇਨ ਖਾਏ। ਹੁਣ ਮਰਦਾਨਾ ਜੀ ਕਹਿਣ ਲੱਗੇ ਵੀ ਵੇਖੋ ਪਰਮੇਸ਼ਵਰ ਨੇ ਕਿੰਨੇ ਮਿੱਠੇ ਮਿੱਠੇ ਫਲ ਲਾਏ ਹੋਏ ਆ ਇੱਥੇ, ਪਰ ਮੈਨੂੰ ਹੈਰਾਨੀ ਇਹ ਹੈ ਵੀ ਇੱਥੇ ਕੌਣ ਹੋਏਗਾ ਜੋ ਫਲ ਖਾਂਦਾ ਹੋਏਗਾ। ਮੈਨੂੰ ਤਾਂ ਇਉਂ ਲੱਗਦਾ ਵੀ ਇਹ ਫਲ ਇਸੇ ਤਰ੍ਹਾਂ ਨਿਸਫਲ ਹੀ ਜਾਂਦੇ ਹੋਣਗੇ, ਵੀ ਇਹਨਾਂ ਨੂੰ ਤਾਂ ਕੋਈ ਖਾਂਦਾ ਨਹੀਂ ਹੋਣਾ, ਇਹ ਤਾਂ ਆਪੇ ਗਲ ਸੜ ਕੇ ਥੱਲੇ ਡਿੱਗ ਪੈਂਦੇ ਹੋਣਗੇ ਅਤੇ ਇਹਨਾਂ ਨੂੰ ਤਾਂ ਖਾਣ ਵਾਲਾ ਕੋਈ ਦਿਸਦਾ ਨਹੀਂ ਇੱਥੇ। ਇੱਦਾਂ ਜਦੋਂ ਮਰਦਾਨਾ ਜੀ ਨੇ ਸੰਸਾ ਕੀਤਾ, ਕਿਦੋਂ ਬਾਅਦ ਇਹ ਜਾਵਈ ਮਾਨਵ ਕੋ ਨਾ ਦਿਸਾਏ। ਇੰਝ ਮੈਨੂੰ ਲੱਗਦਾ ਹੈ ਇਹ ਸਤਿਗੁਰੂ ਜੀ ਵੀ ਇਹ ਜਿਹੜੇ ਫਲ ਹੈ ਬਾਅਦ ਹੀ ਉਸੇ ਤਰ੍ਹਾਂ ਹੀ ਵਿਅਰਥ ਜਾਂਦੇ ਹੋਣਗੇ, ਇਹਨਾਂ ਦੀ ਕੋਈ ਅਹਿਮੀਅਤ ਤਾਂ ਨਹੀਂ ਹੈ ਨਾ, ਭਾਵੇਂ ਬੜੇ ਮਿੱਠੇ ਹੈ, ਪਰ ਜਦੋਂ ਇੱਥੇ ਕੋਈ ਬੰਦਾ ਹੀ ਨਹੀਂ ਹੈ ਅਤੇ ਖਾਣ ਵਾਲਾ ਕੌਣ ਹੋਏਗਾ। ਜਾਨਵਰ ਭਲਾ ਇਹਨੂੰ ਕੀ ਖਾਣਗੇ। ਸੋ ਇਹ ਤਾਂ ਐਵੇਂ ਹੀ ਪਰਮੇਸ਼ਵਰ ਨੇ ਇੱਥੇ ਲਾਇਆ ਹੋਇਆ ਹੈ। ਇਹਨੂੰ ਤਾਂ ਚਾਹੀਦਾ ਸੀ ਹੇਠਾਂ, ਸੋ ਜਿੱਥੇ ਆਮ ਜ਼ਮੀਨ ਆ ਉੱਥੇ ਪੱਧਰੀ ਜਗ੍ਹਾ 'ਤੇ ਇਹ ਫਲ ਹੋਣੇ ਚਾਹੀਦੇ ਸੀ, ਤਾਂ ਕਿ ਹਰ ਕੋਈ ਖਾਂਦਾ, ਰਾਹਗੀਰ ਖਾਂਦਾ, ਕਿਸੇ ਦੀ ਪੇਟ ਪੂਰਤੀ ਹੋ ਜਾਂਦੀ। ਇੱਥੇ ਤਾਂ ਫਜ਼ੂਲ ਹੀ ਹੈ, ਇੱਥੇ ਲਾਉਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਇਹੋ ਜਿਹਾ ਜਦੋਂ ਸੰਸਾ ਮਰਦਾਨਾ ਜੀ ਨੇ ਜਦੋਂ ਕੀਤਾ ਤਾਂ ਗੁਰ ਕਹਿ ਜੀ ਨਹਿ ਖਾਵਨ ਵਾਰੋ। ਸਤਿਗੁਰੂ ਕਹਿਣ ਲੱਗੇ ਐ ਮਰਦਾਨਾ ਜੀ, ਜੇ ਤੁਸੀਂ ਮਨ ਵਿੱਚ ਸੋਚਦੇ ਹੋ ਵੀ ਇੱਥੇ ਕੋਈ ਖਾਣ ਵਾਲਾ ਨਹੀਂ ਹੈ, ਫਲ ਤਾਂ ਉੱਦਾਂ ਹੀ ਜਾਂਦੇ ਹੋਣਗੇ, ਅਤੇ ਤੁਹਾਨੂੰ ਦੱਸਦੇ ਹਾਂ ਕਿਉਂ ਉਪਜਤ ਇਹ ਹਿਰਦੇ ਵਿਚਾਰੋ। ਭਲਾ ਮਨ ਵਿੱਚ ਸੋਚ ਕੇ ਦੇਖੋ ਹਾਂ ਵੀ ਜੇਕਰ ਫਲਾਂ ਨੂੰ ਖਾਣ ਵਾਲਾ ਹੀ ਨਹੀਂ ਕੋਈ ਹੈ ਅਤੇ ਫਿਰ ਪਰਮੇਸ਼ਵਰ ਨੂੰ ਭਲਾ ਕੀ ਲੋੜ ਹੈ ਇਹਨਾਂ ਨੂੰ ਉਗਾਉਣੇ ਦੀ, ਇਹਨਾਂ ਵਿੱਚ ਰਸ ਭਰਨ ਦੀ ਕੀ ਲੋੜ ਹੈ। ਪਰਮੇਸ਼ਵਰ ਨੇ ਜੋ ਬਣਾਇਆ ਹੈ ਉਹਦੀ ਕੋਈ ਨਾ ਕੋਈ ਜ਼ਰੂਰਤ ਹੈ, ਕੋਈ ਲੋੜ ਹੈ। ਬਿਨਾਂ ਜ਼ਰੂਰਤ ਤੋਂ ਪਰਮੇਸ਼ਵਰ ਨੂੰ ਭਲਾ ਕੀ ਲੋੜ ਹੈ ਇਹ ਕੁਛ ਇੰਨਾ ਪਸਾਰਾ ਪਸਾਰਨੇ ਦੀ। ਜ਼ਰੂਰ ਇਹਨੂੰ ਕੋਈ ਖਾਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕੌਣ ਖਾਂਦਾ। ਨਿਰੰਕਾਰ ਕੇ ਸੰਤ ਜੇ ਈਠੇ। ਤੁਹਾਨੂੰ ਦੱਸਦੇ ਹਾਂ ਵੀ ਇੱਥੇ ਸੰਤ ਲੋਕ ਰਹਿੰਦੇ ਹੈ ਜਿਹੜੇ ਕਿ ਬਹੁਤ ਜ਼ਿਆਦਾ ਬੰਦਗੀ ਕਰਦੇ ਹੈ, ਪ੍ਰਭੂ ਦੇ ਪਿਆਰੇ ਹੈ, ਬੜੇ ਨੇਕ ਸੁਭਾਅ ਦੇ ਸੰਤ ਜਨ ਇੱਥੇ ਰਹਿੰਦੇ ਹੈ। ਅਤੇ ਉਹਨਾਂ ਨੂੰ ਤਾਂ ਹੁਣ ਕੁਝ ਖਾਣ ਪੀਣ ਦਾ ਪ੍ਰਬੰਧ ਇੱਥੇ ਨਹੀਂ ਹੈ, ਕਿਉਂਕਿ ਹੋਰ ਕੁਛ ਇੱਥੇ ਸਾਧਨ ਨਹੀਂ ਖਾਣ ਪੀਣ ਦਾ। ਉਹਨਾਂ ਦੇ ਵਾਸਤੇ ਤਿਨਕੇ ਹੇਤ ਕਰੇ ਫਲ ਮੀਠੇ। ਪ੍ਰਭੂ ਜੀ ਆਪ ਦੇ ਭਗਤਾਂ ਦਾ ਹਮੇਸ਼ਾ ਖਿਆਲ ਰੱਖਦੇ ਹੈ, ਬਾਕੀਆਂ ਦਾ ਵੀ ਰੱਖਦੇ ਹੈ, ਪਰ ਵਿਸ਼ੇਸ਼ ਕਰਕੇ ਇਹਨਾਂ ਵੱਲ ਜ਼ਿਆਦਾ ਹੀ ਕੁਛ ਖਿਆਲ ਹੈ। ਸੋ ਭਾਵੇਂ ਆਮ ਲੋਕਾਂ ਦੀ ਨਿਗਾਹ ਵਿੱਚ ਤਾਂ ਇਉਂ ਹੀ ਹੈ ਵੀ ਭਗਤ ਦੇ ਵਿਚਾਰੇ ਫਕਰ ਜਿਹੇ ਹੁੰਦੇ ਹੈ, ਸੋ ਇਹਨਾਂ ਨੂੰ ਤਾਂ ਕੋਈ ਪੁੱਛਦਾ ਗਿੱਛਦਾ ਨਹੀਂ ਹੈ। ਪਰ ਨਹੀਂ, ਇਹ ਸਾਡੀ ਮਨ ਦੀ ਸੋਚ ਵਿਚਾਰ ਹੈ। ਪ੍ਰਭੂ ਜੀ ਆਪਦੇ ਭਗਤਾਂ ਦਾ ਜ਼ਰੂਰ ਖਿਆਲ ਰੱਖਦੇ ਹੈ। ਭਗਤਾਂ ਨੂੰ ਮਨ ਕਰਕੇ ਕਦੇ ਦੁੱਖ ਨਹੀਂ ਆਉਣ ਦਿੰਦੇ, ਭਾਵੇਂ ਤਨ ਕਰਕੇ ਬੜੀਆਂ ਵਿਪਤਾਂ ਸਹਾਰਦੇ ਹੈ। ਕੁੱਲੀਆਂ ਜੁੱਲੀਆਂ ਵਿੱਚ ਬੇਸ਼ੱਕ ਰਹਿੰਦੇ ਹੋਣਗੇ, ਉਹ ਵੱਖਰੀ ਗੱਲ ਹੈ, ਪਰ ਮਨ ਕਰਕੇ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ ਉਹਨਾਂ ਵਾਸਤੇ। ਸਤਿਗੁਰੂ ਕਹਿਣ ਲੱਗੇ ਜਿਹੜੇ ਪ੍ਰਭੂ ਦੇ ਭਗਤ ਹੈ, ਜਿਹੜੇ ਸੰਤ ਜਨ ਹੈ, ਮਹਾਂਪੁਰਖ ਹੈ, ਉਹਨਾਂ ਵਾਸਤੇ ਇਹ ਪ੍ਰਭੂ ਨੇ ਇਹ ਮਿੱਠੇ ਮਿੱਠੇ ਫਲ ਲਾਏ ਹਨ। ਗੁਰੁਚ ਸੋ ਖਾਏ ਲਗਾਏ ਸਮਾਧਾ। ਤਾਂ ਕਰਕੇ ਲਾਏ ਆ ਵੀ ਭਗਤਾਂ ਨੂੰ ਕਿਧਰੇ ਬਾਹਰ ਜਾ ਕੇ ਮੰਗਣ ਦੀ ਲੋੜ ਨਾ ਪਵੇ। ਇੱਥੇ ਆਪ ਦੀ ਰੁਚੀ ਅਨੁਸਾਰ ਜਿੰਨਾ ਚਾਹੇ ਖਾਣ ਅਤੇ ਬਾਅਦ ਵਿੱਚ ਸਮਾਧੀ ਵਿੱਚ ਲੀਨ ਹੋ ਜਾਣ, ਆਪ ਦੀ ਬੰਦਗੀ ਕਰਨ, ਨਾਮ ਜਪਣ, ਨਾਮ ਦੇ ਰਸ ਵਿੱਚ ਮਗਨ ਹੋ ਜਾਣ। ਸਰੀਰ ਦੀ ਪੁਸ਼ਟੀ ਵਾਸਤੇ ਇੱਥੇ ਫਲ ਵੀ ਲੱਗੇ ਹੈ, ਫਲ ਖਾ ਕੇ ਫਿਰ ਭਜਨ ਬੰਦਗੀ ਕਰਦੇ ਹੈ। ਇਹ ਪ੍ਰਭੂ ਨੇ ਉਹਨਾਂ ਬਾਰੇ ਸੋਚਿਆ, ਸੁਣੋ ਕਰਤ ਭਜਨ ਦਿਨ ਮੋਹ ਨਾ ਬਾਧਾ। ਜਦੋਂ ਉਹ ਭਜਨ ਬੰਦਗੀ ਕਰਦੇ ਆ ਨਾ, ਫਿਰ ਉਹਨਾਂ ਨੂੰ ਇਹ ਸੰਸਾਰ ਵੱਲੋਂ ਮੋਹ ਨਹੀਂ ਸਤਾਉਂਦਾ ਹੈ।
नहीं तो जदों बंदगी करते हैं तो कुछ ना कुछ अड़चन आ ही जाती है। पर जदों तमाम संसार वालों इच्छावां पूरीਆਂ हो जान फिर भला किहड़ी तमा रहेगी। तो वैसे कोई भी है शरीर की भुख तो लगती क्योंकि जिन्ना चिर शरीर है उन्ना चिर इहदियां हरकतां सानूं झलनियां पैणगीਆਂ। तां ही तां कबीर जी ने कहा है ना कि भूखे भगत न कीजै जह माला अपनी लीजै। कि भुखिया रह के जे बंदा सोचे भी मैं भगती करा सो किन्ना कुh चिर भुखा रहेगा। अखीर भुख ने आप दा काल दिखाउणा ही दिखाउणा है, उन्हें आप दा प्रभाव पाउणा ही पाउणा है। तो ये परमेश्वर जी ने भगतां दे वल खास नज़र करके इस भगतां वास्ते ये फलां नूं लाया है भी वो फल छकण ते संसार की कोई परवाह ना करते हुए प्रेम विच नाम विच मस्त रहन। ये प्रभु ने तां ही ये खेड बनाई है। सुनो कितक काल प्रभ एह ठा रहीए। ये तो सुन के हुण मरदाना जी के मन में ये ख्याल आ गया। कह लगे सतगुरु जी फिर तो सानू भी इत्थे रहना चाहिए है। मेरा ख्याल है भी हुण इत्थे रहीए आपां, हुण ना किधरे जाइए आपां। इत्थे तो वाहवा मौजां लगियां ने, जिन्हें मर्जी खाओ पीओ, कोई रोकदा टोकदा नहीं। इत्थे तो महाराज सानू कोई नहीं आखेगा भी तुसीं इत्थे क्यों आए हो। तो मेरा ख्याल है आपां इत्थे रह पईए, हुण इत्थे टिक जाइए। जब इस तरह क्या तो सतगुरु कह लगे मिले संत बच सुनीए कही। हले मरदाना जी बोल रहे हैं, कहते हैं कुछ समा इत्थे रहीए नाले संतां भगतां दियां गल्लां सुणांगे, उन्होंने बचन विलास सुणांगे, नाले इत्थे मन भाउंदे फल खावांगे। तो जिन्ना मर्जी इत्थे आपां विचरण करिए कोई सानू रोक टोक नहीं होवेगी। जदों ऐ वचन कीते है तो अंतरजामी सतगुरु हिरदे नूं पढ़न वाले है। तो सुन के कह लगे बिगसत बोले करुणा डीठा। जेड़े सतगुरु जी किरपा दे घर है हसदे हुए बोले है मरदाने दे ताई तो को लगियो स्वाद फल मीठा। ऐ मरदाना जी इधर उधर दियां गल्लां दियां बुझारतां ना पावो। मैनू पता है कि तुहानू फल बड़े मिठे लगे है। सीधी जी गल है कि मैनू पता है तुहानू फल इन्ने मिठे लगे भी हुण जी करदा है तुहाडा भी रोज़ खाइए, रोज़ खाया करिए, हुण तां इत्थे मौजां माणीए। ऐ गल मन विच विचार के तुसीं कर आहार को लालच मन में। हुण तू सोचदा है भी इत्थे रहिया करिए, नाले जिन्ना जी करदा खावांगे तो फिर नाले संतां भगतां दी। ये तां गल तूं एवें विच कसूती फसा दित्ती है। संतां भगतां दे दर्शन तां हेठां भी हुंदे रहे है, पर गल सीधी जी इहो है भी तेरा मन तां फलां ते आया होया है। फलां प्रति हुण तूं ललचाएमान हो गया तो हुण तेरा ख्याल है भी फल खाया करांगे। सतगुरु जी ने स्पष्ट कह दिता इस प्रकार राखियो चहत अबै तू बन में। महाराज कह लगे हुण तू अपनी इच्छा करके हुण सानू भी रखना चाहुंदा है। इच्छा तो तेरी है भी मैं फल खाया करा इत्थे, ते आप दी इच्छा करके हुण सानू भी सोचदा है भी सतगुरु भी इत्थे ठहरे रहन, इत्थे फल खाया करिए आपां। इस प्रकार को हास विलासा। इस तरह के बचन विलास सतगुरु जी हास रास विच करते रहंदे सी, क्योंकि हर वक्त गंभीर रहना यह सतगुरां दा सुभाअ नहीं सी। क्योंकि वैसे भी जिहड़ा बंदा हर वक्त सोच विचार विच प्यारे, हर वक्त गंभीर रहे, उहदे नाल दूसरा बंदा नहीं रह सकदा। इस करके ये हास रास करना भी सतगुरां ने चंगा समझिया सी। कई वारी तुसीं देखदे हो जिहड़े बंदे बाणी पढ़दे है जां नाम जपदे है, अठे पहर तो कोई नाम नहीं जप सकता। जे जपेगा तो फिर उन्होंने कुछ समय वास्ते कुछ खुशहाल चाहिए है, कुछ हास रास दियां गल्लां चाहिए ने, नहीं तो फिर वह मैंटली अपसैट हो जाएगा। नहीं तो फिर वह कह दईए आप दे मन करके संतुलन बिगाड़ लेगा। कई इहो जिहे अभ्यासी हुंदे है, नाम जपते रहंदे, अठे पहर जपते रहंदे है, पर कदे किसी नाल बहुता बोलते चालते नहीं, इस करके बहुती चिंता में चले जाते हैं। पर सतगुरु सच्चे पातशाह यह सोचते हैं कि जिहड़े साथी नाल लिआंदे है किते ये साडे नाल रहिंदे रहिंदे ये ना सोचण कि महाराज तां सानूं कदे कोई गल होर सुणाउंदे कुछ नहीं है,
ਇਸ ਕਰਕੇ ਸਤਿਗੁਰੂ ਥੋੜ੍ਹੀਆਂ ਬਹੁਤ ਗੱਲਾਂ ਹਾਸ ਰਸ ਦੀਆਂ ਕਰਦੇ ਰਹਿੰਦੇ। ਇਸ ਪਰ ਤਿਹ ਛਿਨ ਏਕ ਲਿਖੀ ਚਲ ਆਇਓ। ਇੰਨੇ ਨੂੰ ਇੱਕ ਉੱਥੇ ਸਤਿਗੁਰਾਂ ਦੇ ਕੋਲ ਰਿਸ਼ੀ ਮੁਨੀ ਸੀ, ਕੋਈ ਅਭਿਆਸੀ ਸੀ, ਸਾਧੂ ਮੁਨੀ ਸੀ ਕੋਈ। ਉਹ ਸਤਿਗੁਰਾਂ ਕੋਲ ਚੱਲ ਕੇ ਆ ਗਿਆ। ਹਰਿ ਸਿਮਰਨ ਮਹਿ ਜੋ ਲਪਟਾਇਓ। ਜਿਹਦੇ ਕਿ ਰੂਵੇਂ ਰੂਵੇਂ ਰੋਮ ਰੋਮ ਵਿੱਚ ਜਿਹਦੇ ਪ੍ਰਭੂ ਦਾ ਨਾਮ ਚੱਲਦਾ ਸੀ, ਉਹ ਐਸਾ ਸੰਤ ਸਤਿਗੁਰਾਂ ਦੇ ਕੋਲ ਜਦੋਂ ਆਇਆ ਤੇ ਉਹਦੇ ਚਿਹਰੇ ਤੋਂ ਹੀ ਪਤਾ ਲੱਗਦਾ ਸੀ ਵੀ ਇਹ ਨਾਮ ਦਾ ਰਸੀਆ ਹੈ, ਕਿਉਂਕਿ ਚਿਹਰੇ ਤੋਂ ਪਤਾ ਲੱਗ ਹੀ ਜਾਂਦਾ ਹੈ। ਕੁਛ ਨਾ ਕੁਛ ਉਹਦੀਆਂ ਤਰੰਗਾਂ, ਉਹਦੇ ਚਿਹਰੇ ਦਾ ਪ੍ਰਤਾਪ ਝਲਕ ਹੀ ਪੈਂਦਾ ਹੈ। ਉਹਦਾ ਚਿਹਰਾ ਦੱਸਦਾ ਸੀ ਵੀ ਕੋਈ ਉਹ ਆਮ ਨਹੀਂ ਹੈ, ਕੁਛ ਇਹਦੇ ਨਾਲ ਖੇਡ ਵਾਪਰੀ ਹੈ। ਹਮ ਹੈ ਬਿਲੋਕਤ ਬੋਲਿਓ ਸੋ। ਭਾਈ ਬਾਲਾ ਜੀ ਕਹਿਣ ਲੱਗੇ ਵੀ ਸਾਨੂੰ ਦੇਖਦਿਆਂ ਹੋਇਆਂ ਉਹ ਮੁਨੀ ਜਿਹੜਾ ਹੈ ਕਹਿਣ ਲੱਗਾ, ਇਹ ਨਾ ਪਹੁੰਚਿਓ ਕਬ ਅਸ ਕੋ। ਕਹਿਣ ਲੱਗਾ ਵੀ ਇੱਥੇ ਪਹਿਲਾਂ ਤਾਂ ਕੋਈ ਬੰਦਾ ਨਹੀਂ ਆਇਆ ਹੈ, ਕਈ ਸਾਲ ਹੋ ਗਏ ਸਾਨੂੰ, ਤਕਰੀਬਨ 150 ਸਾਲ ਸਾਨੂੰ ਇੱਥੇ ਹੋ ਗਏ ਰਹਿੰਦਿਆਂ ਨੂੰ, ਕਿਉਂਕਿ ਯੋਗਾ ਅਭਿਆਸੀ ਸੀ ਨਾ। ਸੋ ਸਵਾਸ ਪ੍ਰਾਣਾਯਾਮ ਦੁਆਰਾ ਰੋਕ ਰੋਕ ਕੇ ਲੰਬੀ ਆਰਜਾ ਕੀਤੀ ਹੁੰਦੀ ਇਹਨਾਂ ਨੇ। ਕਹਿਣ ਲੱਗੇ ਸਾਨੂੰ ਦੇਖਦਿਆਂ ਦੇਖਦਿਆਂ ਕਈ ਸਾਲ ਹੋ ਗਏ, ਪਰ ਕਦੇ ਕੋਈ ਆਦਮੀ ਇੱਥੇ ਨਹੀਂ ਆਇਆ ਹੈ। ਇਹ ਤੁਸੀਂ ਕੌਣ ਹੋ? ਕੋ ਤੁਮ ਕੈਸੇ ਆਨ ਪਹੁੰਚੇ। ਕੌਣ ਹੋ ਤੁਸੀਂ? ਇੱਥੇ ਕਿਵੇਂ ਪਹੁੰਚ ਗਏ? ਇੱਥੇ ਤਾਂ ਮਨੁੱਖ ਦੀ ਸ਼ਮਤਾ ਨਹੀਂ ਹੈ ਆਮਣੇ ਦੀ, ਬਲ ਨਹੀਂ ਆਮਣੇ ਦਾ, ਪਰ ਦਿਖੜੇ ਕਰਕੇ ਤੁਸੀਂ ਸੰਸਾਰੀ ਜੇ ਲੱਗਦੇ ਹੋ, ਬਸਤਰਾਂ ਕਰਕੇ ਤੁਸੀਂ ਆਮ ਜੇ ਲੱਗਦੇ ਹੋ। ਕੌਣ ਹੋ ਤੁਸੀਂ? ਸਾਨੂੰ ਦੱਸੋ। ਬਿਖਮ ਥਾਨ ਭੂਤੇ ਗਿਰ ਉੱਚੇ। ਜੋ ਕਿ ਪਹਾੜੀ 'ਤੇ ਆ ਗਏ ਹੋ, ਇੰਨਾ ਕਰੜਾ ਪੈਂਡਾ ਵੀ ਮਨੁੱਖ ਤੇ ਆਮ ਪੈਂਡੇ ਨੂੰ ਦੇਖ ਕੇ ਘਬਰਾ ਜਾਂਦਾ ਹੈ। ਤੁਸੀਂ ਪਹਾੜੀਆਂ ਚੜ੍ਹ ਕੇ ਐਡੀ ਉੱਚੀ ਪਹਾੜੀ 'ਤੇ ਕਿਵੇਂ ਆ ਗਏ ਹੋ? ਕੌਣ ਹੋ ਤੁਸੀਂ? ਜ਼ਰਾ ਦੱਸੋ ਖਾਂ ਮੈਨੂੰ ਭਲਾ ਨਾਮ ਆਪ ਦਾ। ਅਵਲੋਕਤ ਅਚਰਜ ਔਰ ਆਇਏ। ਮੈਂ ਤੁਹਾਨੂੰ ਦੇਖ ਕੇ ਦੰਗ ਰਹਿ ਗਿਆ ਹਾਂ, ਕਿਉਂਕਿ ਮੈਂ ਸੱਚਮੁੱਚ ਕਹਿ ਰਿਹਾ ਹਾਂ। ਮੈਂ ਕੋਈ ਤੁਹਾਨੂੰ ਬੁਝਾਰ ਤਾਂ ਨਹੀਂ ਪਾ ਰਿਹਾ ਹਾਂ, ਜਾਂ ਤੁਹਾਨੂੰ ਕੋਈ ਡਰਾ ਨਹੀਂ ਰਿਹਾ ਵੀ ਇੱਦਾਂ ਕਹਿ ਕੇ ਤੁਹਾਨੂੰ ਖੌਰੇ ਮੈਂ ਇੱਥੋਂ ਚਲਾ ਦੇਵਾਂਗਾ, ਇੱਥੋਂ ਕਹਾਂਗਾ ਵੀ ਤੁਸੀਂ ਚਲੇ ਜਾਓ। ਮੈਂ ਵਾਸਤਵ ਵਿੱਚ ਕਹਿ ਰਿਹਾ ਹਾਂ, ਸੱਚਾਈ ਕਹਿ ਰਿਹਾ ਹਾਂ ਵੀ ਕਦੇ ਮੈਂ ਮਨੁੱਖ ਨਹੀਂ ਕੋਈ ਆਇਆ ਦੇਖਿਆ ਇੱਥੇ। ਕਈ ਸਾਲ ਹੋ ਗਏ ਮੈਨੂੰ, ਤੇ ਆਪ ਇੱਥੇ ਆਏ ਨੂੰ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ। ਤੇ ਕਹਿਣ ਲੱਗੇ ਮੈਨੂੰ ਹੈਰਾਨੀ ਹੋ ਰਹੀ ਹੈ, ਕੌਣ ਹੋ ਤੁਸੀਂ? ਮੈਨੂੰ ਦੱਸੋ ਤਾਂ ਭਲਾ। ਮੁਝੇ ਆਪਣੋ ਨਾਮ ਬਤਾਈਏ। ਮੈਨੂੰ ਆਪਣਾ ਨਾਮ ਤੇ ਦੱਸੋ। ਇੰਨੀ ਤੇ ਕਿਰਪਾ ਕਰ ਸਕਦੇ ਹੋ ਨਾ। ਜਦੋਂ ਸਤਿਗੁਰੂ ਜੀ ਨੂੰ ਨਾਮ ਪੁੱਛਦਾ ਹੈ ਤਾਂ ਫਿਰ ਸੁਣੋ। ਸੁਣ ਕਰ ਸ਼੍ਰੀ ਗੁਰ ਗਿਰਾ ਉਚਾਰੀ। ਸੁਣ ਕੇ ਸੁਭਾਏ ਮਾਨ ਮੁਖ ਤੋਂ ਦੀਨ ਦੁਨੀਆ ਦੇ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਬੋਲਣ ਲੱਗੇ, ਨਾਮ ਮੋਰ ਨਾਨਕ ਨਿਰੰਕਾਰੀ। ਸਤਿਗੁਰੂ ਕਹਿਣ ਲੱਗੇ ਵੀ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਨਾਨਕ ਸਾਡਾ ਨਾਮ ਹੈ ਔਰ ਨਿਰੰਕਾਰੀ ਸਾਡਾ ਤਖੱਲੁਸ ਹੈ, ਕਿਉਂਕਿ ਅਸੀਂ ਨਿਰੰਕਾਰ ਦੇ ਪੁਜਾਰੀ ਹਾਂ। ਜੋ ਪਾਠ ਕਰਨ ਵਾਲਾ ਉਹਨੂੰ ਪਾਠੀ ਕਿਹਾ ਜਾਂਦਾ, ਜੋ ਸਾਧਨਾ ਕਰਨ ਵਾਲਾ ਉਹਨੂੰ ਸਾਧਕ ਕਿਹਾ ਜਾਂਦਾ, ਜੋ ਨਿਰੰਕਾਰ ਦਾ ਪੁਜਾਰੀ ਹੈ ਉਹਨੂੰ ਨਿਰੰਕਾਰੀ ਕਿਹਾ ਜਾਂਦਾ। ਕਹਿਣ ਲੱਗੇ ਅਸੀਂ ਨਿਰੰਕਾਰੀ ਹਾਂ, ਅਸੀਂ ਪ੍ਰਭੂ ਦੇ ਪੂਜਕ ਹਾਂ। ਸੰਤ ਭਗਤ ਕੇ ਦਰਸ਼ਨ ਹਿਤੇ। ਤੇ ਸਾਡੇ ਆਵਣੇ ਦਾ ਕਾਰਨ ਵੀ ਸੁਣੋ। ਅਸੀਂ ਸੰਤਾਂ ਦੇ ਭਗਤਾਂ ਦੇ ਦਰਸ਼ਨਾਂ ਵਾਸਤੇ ਦੁਨੀਆ ਦਾ ਰਟਣ ਕਰਦੇ ਆ ਰਹੇ ਹਾਂ। ਕੇਵਲ ਇੱਥੇ ਨਹੀਂ ਆਏ ਹਾਂ, ਬਲਕਿ ਸੁਮੇਰ ਪਰਬਤ 'ਤੇ ਵੀ ਅਸੀਂ ਹੋ ਆਏ ਹਾਂ। ਐ ਰਿਸ਼ੀ ਜੀ ਹੁਣ ਤੁਹਾਡੇ ਦਰਸ਼ਨ ਕਰਨ ਵਾਸਤੇ ਵਿਚਰਤ ਸਰਬ ਥਾਨ ਸੁਖ ਲੇਤੇ। ਅਸੀਂ ਸਾਰੀਆਂ ਜਗ੍ਹਾਵਾਂ 'ਤੇ, ਸਾਰਿਆਂ ਸਥਾਨਾਂ 'ਤੇ ਜਾਂਦੇ ਹਾਂ ਜਿੱਥੇ ਜਿੱਥੇ ਵੀ ਪ੍ਰਭੂ ਦੇ ਪਿਆਰੇ ਨਾਮ ਜਪਦੇ ਹੈ। ਕਿਉਂਕਿ ਜਿੱਥੇ ਹਰ ਜਪੀਆ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿੱਥੇ ਨਾਮ ਜਪਿਆ ਜਾਂਦਾ ਹੈ, ਭਾਵੇਂ ਸਾਨੂੰ ਦੇਖਣੇ ਮਾਤਰ ਉਹ ਜਗ੍ਹਾ ਆਮ ਜੀ ਲੱਗੇ, ਪਰ ਉਹ ਜਗ੍ਹਾ ਵਿੱਚ ਇੱਕ ਸ਼ਾਂਤੀ ਹੁੰਦੀ ਹੈ, ਇੱਕ ਆਨੰਦ ਲੁਕਿਆ ਹੁੰਦਾ ਹੈ। ਪਰ ਉਹ ਉਹਨੂੰ ਹੀ ਝਲਕਦਾ ਹੈ ਜਿਹੜਾ ਕੋਈ ਸਾਧਕ ਹੈ, ਜਿਹੜਾ ਕੋਈ ਅਭਿਆਸ ਕਰਦਾ ਹੈ। ਅਤੇ ਸਤਿਗੁਰੂ ਕਹਿੰਦੇ ਸਾਨੂੰ ਤਾਂ ਇਹ ਤੁਹਾਡੀਆਂ ਜਗ੍ਹਾਵਾਂ ਜਿੱਥੇ ਤੁਸੀਂ ਨਾਮ ਜਪਦੇ ਹੋ, ਇਹ ਜਗ੍ਹਾ ਦੇਖਣ ਦੀ ਬੜੀ ਲਾਲਸਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿੱਥੇ ਜਿੱਥੇ ਰੱਬ ਦੇ ਪਿਆਰੇ ਰਹਿੰਦੇ ਹੈ, ਅਸੀਂ ਉਹਨਾਂ ਦੇ ਦਰਸ਼ਨ ਕਰੀਏ। ਬੜਾ ਚੈਨ ਮਿਲਦਾ ਹੈ ਉਹਨਾਂ ਦੇ ਦਰਸ਼ਨ ਕਰਕੇ। ਉਹਨਾਂ ਦੇ ਦਰਸ਼ਨ ਕਰਕੇ ਬੜੇ ਦੁੱਖ ਮਿਟਦੇ ਹੈ।
तमाम दुनिया के पाप उतरते हैं। ऐ साधु जी असी तो ताइयों आए हाँ तुहाडे दर्शन करने वास्ते। सुन इउं रिख हिरदे हर खावा। सुन के तां जिहड़ा ऋषि मुनि है बड़ा खुश हो गया, क्योंकि सतगुरां दी बाणी तां अमृत ही है। जदों मुख तो बोलदे सी ते मनुख तां की केवल बल्कि पशु पक्षी भी मस्त हो जाते सी। सतगुरां दी बाणी विच इहो जिहा रस सी जिहड़ा भी कोई सुणदा ਉਹਨੂੰ एक ਇਹੋ ਜਿਹੀ शांति मिलती जो कि पदार्थां ਵੱਲੋਂ नहीं सी आउंदी। ਉਹ सिर्फ सतगुरां ਦੀ ਬਾਣੀ ਨੂੰ सुन के आउंदी है। ਤੇ ਧੰਨ है सतगुरां ਦੀ ਬਾਣੀ। ਜਦੋਂ मुख तो बोलदे ਤਾਂ ਉਹ ऋषि बड़ा खुश होया सुन के। एक ਤਾਂ नाम ही सतगुरां जा ਇਹੋ ਜਿਹਾ दुर्लभ है। ਇਹੋ ਜਿਹਾ ਵੱਖਰਾ नाम सी नानक, जिस दा अर्थ है कि ना अनेकता, जिस विच कोई अनेकता नहीं है। नानक दे अर्थ है जिस विच कोई अनेकता नहीं। होर भी अर्थ है ना अनक, कहण दा भाव जिस विच कोई दुख नहीं है। ऐसा नाम सुन के ऋषि मुनि बड़ा खुश होया। हेत बूझने बैन अलावा, पुछण वास्ते ऋषि ने हथ जोड़ लए। कहण लगा ऐ सतगुरु जी, हुण पता लग गया ना ਉਹਨੂੰ नाम ਉਹਨੇ सुनिया सी, क्योंकि सतगुरां दा नाम तां चार चफेरे फैलिया सी। बाबे चारे चार चख, नवखंड पृथ्वी सच्चा टोवा। सतगुरां दा नाम तो बेशक बहुतिਆਂ ने सुनिया सी, पर दर्शन विरले विरले ਨੂੰ होए सी। हुण ਉਹਨਾਂ नाम तो सुनिया सी पहला नानक। इन्हां ते पता सी भी कोई नानक अवतारी आए है संसार विच, बहुत ज़्यादा जीवां ਨੂੰ प्रभु ਦੇ नाम नाल जोड़ रहे है, पर देखिया नहीं सी ਉਹਨਾਂ ने। अज प्रतख साक्षात दर्शन हो गए। ये देख के तो ऋषि मुनि बड़ा खुश हो रहा। कह लगा श्री नानक जे है तुम नामो, जेकर तुहाडा नाम श्री नानक देव जी है, जेकर तुहाडा नाम श्री गुरु नानक देव जी है, तो यह नाम तो मैं पहला भी सुनिया, ये पहला भी नाम मैं सुनिया है। सतगुरु कह लगे कदों सुनिया सी तू नाम, दस हाँ भला। तो चरणन होए मोर प्रणामो। कह लगा पहला तो मैं तुहाडे चरनां ते डंडौत करनी चाहुंदा हाँ, क्योंकि पहला तो मैं गलती मानदा। मैं तुहानूं सिद्धा आण के पुछया भी तुसीं कौन हो। मैनूं चाहीदा सी मैं तुहाडे चरण पकड़दा, मैं तुहाडे चरनां नूं पकड़ के ते मत्था टेकदा, पर सो हो जो होया सो होया। हुण किरपा करो साडी बंदना कबूल करो। मत्था टेकिया ऋषि मुनि ने, मत्था टेक के ते कह लगा गुर बूझियो तू क्यों कर जानहे। सतगुरु कह लगे तू सानू पहचानदा है। कहता हाँ जी महाराज मैं तुहानूं पहचानदा, चंगी तरह जानदा है तुहानूं। सतगुरु कह लगे पहला तो कदे मिलाप नहीं होया, किवें जानदा है सानूं तू? दस हाँ जिस किह ते सुन के हमें पछानहे। जरूर तू साडा नाम सुनिया होएगा, क्योंकि वैसे तो साडा सरीरक तौर पर पहले कदे मिलाप नहीं होया। तो वह कह लगा हुण महाराज कह लगे भी लगता है तू किसे कोलों साडा नाम सुनिया है, ताइयों सानू पहचानदा है। ऐ जदों सतगुरां ने आखिया तो वह कह लगा फिर मुनवर भनै मोर गुरपूरा। ऐ सतगुरु जेड़े मेरे गुरु है ना, जिन्हां दी मैं पूजा करदा हाँ, जेड़े मेरे इष्ट है, उन्हां तो मैं एक बारी सुनिया सी। ਉਹ ਕਹਿੰਦੇ ਸੀ मैं ਜਦੋਂ ਪੁੱਛਿਆ ਸੀ ना कि साडी कल्याण किवें होएगी, ਅਸੀਂ इन्हें जप तप साधना करते हाँ, कदों साडी इस साधना नूं फल लगेगा। तो मेरे पूरे गुरु सी, वो भी बड़े साधक है, कमाई वाले है। उन्हें मैनूं दस्सिया सी तेह एक समय कहिओ बचरूरा। उन्हां सुभावक सानूं सारियां जगिआसूआं नूं जिन्हां जिन्हां ने ये इच्छा कीती सी भी संसार तो किवें मुक्त होया जाए, तो उस वेले सुभावक ही साडे गुरुदेव ने सानू आखिया कली काल मैं हुआ अवतारा। भी कलयुग के अंदर एक अवतार आउणगे, वो कौन होणगे? सुनो नाम नाम जपावन दंभ बिदारा। जिन्हां दा कारज की होएगा नाम जपावने दा ते पखंड नूं नाश करन दा। सतगुरां दा मुख ये सिद्धांत है, नाम जपावन भगत लिव लावन। सो नाम जपना है, भगती विच लिव लाउणी है। यह सतगुरां दा मुख सिद्धांत है। बाकी मर्यादावां ये बाद दीआं गल्लां ने। पहलां तां जिहड़ा सिद्धांत इहो ही है कि प्रभु दे नाम विच मस्त होए। तां ही तां धन गुरु रामदास जी ने कहा है ना
कि गुर सतगुर का जो सिख अखाए सो भलके उठ हर नाम ध्यावै। ਜਿਹੜਾ ਗੁਰੂ ਦਾ ਸਿੱਖ ਅਖਾਵਦਾ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ। ਤਾਂ ਨਾਮ ਜਪਣ ਦਾ ਬੜਾ ਮਹਾਤਮ ਗੁਰੂ ਘਰ ਦੇ ਵਿੱਚ ਹੈ। ਬਾਕੀ ਭਾਵੇਂ ਹੋਰ ਪੰਥ ਚੱਲੇ, ਹੋਰ ਮਾਰਗ ਚੱਲੇ, ਹੋਰ ਮਾਰਗਾਂ ਦੇ ਵੱਖ ਰਸਤੇ ਹੈ, ਵੱਖ ਸਿਧਾਂਤ ਹੈ, ਪਰ ਸਤਿਗੁਰਾਂ ਦੇ ਘਰ ਵਿੱਚ ਨਾਮ ਨੂੰ ਹੀ ਹੈ ਵਡਿਆਈ, ਨਾਮ ਦੀ ਮਹਿਮਾ ਹੈ। ਅਤੇ ਇਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਰੇ ਮੇਰੇ ਗੁਰਦੇਵ ਨੇ ਪਹਿਲਾਂ ਹੀ ਕਿਹਾ ਸੀ, ਕਹਿੰਦੇ ਸੀ ਕਲਯੁਗ ਵਿੱਚ ਅਵਤਾਰ ਆਉਣਗੇ ਜੋ ਨਾਮ ਜਪਾਵਣਗੇ, ਪਖੰਡਾਂ ਨੂੰ ਨਾਸ ਕਰਨਗੇ, ਭਗਤ ਜਗਤ ਮੈਂ ਸੋ ਪ੍ਰਗਟਾਵੈ। ਉਹ ਜਗਤ ਵਿੱਚ ਭਗਤੀ ਨੂੰ ਜਨਮ ਦੇਣਗੇ, ਭਗਤੀ ਨੂੰ ਬਹੁਤ ਜ਼ਿਆਦਾ ਵਿਸ਼ੇਸ਼ਤਾ ਵਿੱਚ ਰੱਖਣਗੇ। ਕਿਉਂਕਿ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਜਿਹੜੇ ਸਨਾਤਨੀ ਹੈ ਇਹਨਾਂ ਨੇ 6 ਸ਼ਾਸਤਰਾਂ ਨੂੰ ਬਹੁਤ ਜ਼ਿਆਦਾ ਬੜਾਵਾ ਦਿੱਤਾ, ਜਿਸ ਵਿੱਚ ਵਿਚਾਰ ਤਾਂ ਬੜੀਆਂ ਨੇ, ਗਿਆਨ ਤਾਂ ਬੜਾ ਹੈ, ਪਰ ਸਾਰਾ ਹੀ ਗਿਆਨ ਸੁੱਕਾ ਹੈ, ਉਹਦੇ ਵਿੱਚ ਆਨੰਦ ਨਹੀਂ ਹੈ। ਵੇਦਾਂਤੀ ਕਹਿੰਦੇ ਹੈ ਬ੍ਰਹਮ ਇੱਕ ਹੈ, ਸੋ ਉਹਦੀਆਂ ਗਾਂ ਸ਼ਾਖਾਵਾਂ ਨੇ, ਮਾਇਆ ਉਹਦੇ ਤੋਂ ਨਿਕਲੀ ਹੈ, ਉਹ ਗੱਲ ਕੋਈ ਸਮਝ ਵਿੱਚ ਨਹੀਂ ਆਉਂਦੀ ਹੈ। ਨਿਆਏ ਕੀ ਕਹਿੰਦੇ ਹੈ ਕਿ ਪਰਮਾਣੂਆਂ ਤੋਂ ਹੀ ਸੰਸਾਰ ਬਣਿਆ ਹੈ। ਸੋ ਇਸ ਤਰ੍ਹਾਂ ਕੋਈ ਗੱਲ ਸਮਝ ਵਿੱਚ ਕੀ ਆਏਗੀ? ਮਨੁੱਖ ਦੀ ਸੋਚ ਤਾਂ ਬੜੀ ਸੂਖਸ਼ਮ ਜੀ ਹੈ, ਅਸਥੂਲ ਜੀ ਸਮਝ ਹੈ, ਮੋਟੀ ਸਮਝ ਆ ਨਾ, ਨਹੀਂ ਪੱਲੇ ਪੈਂਦਾ ਕੁਛ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣ ਦਾ ਇਹ ਜ਼ਿਕਰ ਹੀ ਨਹੀਂ ਕੀਤਾ। ਕਹਿੰਦੇ ਤੂੰ ਸਮਝ ਕੇ ਕੀ ਸਮਝੇਗਾ? ਜੇ ਤੂੰ ਪਰਮੇਸ਼ਵਰ ਨੂੰ ਸਮਝਣਾ ਚਾਹੇ ਲੱਖਾਂ ਯਤਨ ਕਰ ਲੈ, ਨਹੀਂ ਸਮਝ ਸਕੇਗਾ। ਤਾਂ ਹੀ ਤਾਂ ਸਤਿਗੁਰਾਂ ਨੇ ਕਿਹਾ ਕਿ ਸੋਚਿਆ ਸੋਚ ਨਾ ਹੋ ਗਈ। ਸੋ ਸੋਚਦਿਆਂ ਨਹੀਂ ਵਿਚਾਰ ਕਰ ਸਕੇਗਾ। ਇਸ ਕਰਕੇ ਤੂੰ ਉਹਨੂੰ ਕਬੂਲ ਕਰ ਲੈ, ਤੂੰ ਜਿਹੋ ਜਿਹਾ ਹੈ ਉਹਦੇ ਅੱਗੇ ਸਮਰਪਿਤ ਹੋ ਜਾ ਅਤੇ ਉਹਦਾ ਕੀਤਾ ਹੋਇਆ ਸਾਰਾ ਕੁਛ ਤੂੰ ਪ੍ਰਵਾਨ ਕਰ। ਇਹ ਸਤਿਗੁਰਾਂ ਨੇ ਇਸ ਕਲਯੁਗ ਵਿੱਚ ਐਸਾ ਭਗਤੀ ਦਾ ਮਾਰਗ ਚਲਾਇਆ, ਜਹ ਤਹ ਉੱਤਮ ਧਰਮ ਚਲਾਵੈ। ਜਿੱਥੇ ਕਿੱਥੇ ਇਹ ਸ੍ਰੇਸ਼ਟ ਗੁਰਸਿੱਖੀ ਦਾ ਮਾਰਗ ਚਲਾਇਆ। ਸੋ ਗੁਰਮੁਖ ਗਾਡੀ ਰਾਹੋ ਚਲਾਇਆ, ਇਹੋ ਜਿਹਾ ਰਸਤਾ ਜਿਹੜਾ ਕੋਈ ਵੀ ਆਦਮੀ ਧਾਰਨ ਕਰ ਸਕਦਾ ਹੈ। ਜਿਵੇਂ ਕਿ ਇਸਲਾਮੀਆਂ ਨੇ ਕਿਹਾ ਕਿ ਮੱਕੇ ਕਾਬੇ ਦੀ ਪੂਜਾ, ਮੱਕੇ ਕਾਬੇ ਦੀ ਯਾਤਰਾ ਸਿਰਫ ਆਦਮੀ ਕਰ ਸਕਦਾ ਹੈ, ਔਰਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਹਿੰਦੂ ਮਤ ਨੇ ਵੀ ਜ਼ਿਆਦਾ ਮਹੱਤਵ ਮਨੁੱਖ ਨੂੰ ਦਿੱਤਾ ਹੈ, ਔਰਤ ਨੂੰ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭਨਾਂ ਨੂੰ ਇੱਕ ਨਿਗਾਹ ਨਾਲ ਦੇਖਿਆ ਹੈ, ਸਭਨਾਂ ਨੂੰ ਕਿਹਾ ਕਿ ਕੋਈ ਵੀ ਨਾਮ ਜਪੇ। ਸੋ ਉਪਦੇਸ਼ ਚੌ ਵਰਣਨ ਕੋ ਸਾਂਝਾ, ਸਭਨਾਂ ਨੂੰ ਇਹ ਮਹਾਰਾਜ ਦਾ ਉਪਦੇਸ਼ ਹੈ। ਕਹਿਣ ਲੱਗੇ ਇਹ ਮਾਰਗ ਸੱਚੇ ਪਾਤਸ਼ਾਹ ਨੇ ਜਗਤ ਵਿੱਚ ਪ੍ਰਗਟ ਕਰ ਦਿੱਤਾ, ਦਰਸ ਕਰਤ ਵੀ ਪਾਵਨ ਮੋਹੀ। ਸੋ ਐਸੇ ਦਰਸ਼ਨ ਕਰਕੇ ਕਹਿ ਰਿਹਾ ਉਹ ਰਿਸ਼ੀ ਮੁਨੀ, ਕਹਿੰਦਾ ਮੈਂ ਵੀ ਪਵਿੱਤਰ ਹੋ ਗਿਆ ਹਾਂ। ਇਹ ਸਤਿਗੁਰੂ ਤੁਹਾਡੇ ਦਰਸ਼ਨਾਂ ਵਿੱਚ ਇਹੋ ਜਿਹਾ ਆਕਰਸ਼ਿਤਪਨ ਹੈ, ਮੈਂ ਦੇਖਦਾ ਹਾਂ ਅਤੇ ਇੰਝ ਲੱਗਦਾ ਵੀ ਦੇਖੀ ਜਾਵਾਂ। ਮੇਰਾ ਤਾਂ ਚਿੱਤ ਕਰਦਾ ਵੀ ਮੈਂ ਤੁਹਾਨੂੰ ਦੇਖਣੋਂ ਹਟਾ ਹੀ ਨਾ, ਇਹ ਮੇਰਾ ਮਨ ਕਰਦਾ। ਹੁਣ ਤੁਸੀਂ ਦੱਸੋ ਵੀ ਮੈਂ ਹੁਣ ਕੀ ਕਰ ਸਕਦਾ ਹਾਂ, ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਇਹ ਤੁਹਾਡਾ ਪ੍ਰਤਾਪ ਹੀ ਹੈ। ਮਹਾਰਾਜ ਤੁਹਾਡੇ ਦਰਸ਼ਨ ਦੇਖ ਕੇ ਮੈਨੂੰ ਸੁੱਖ ਹੀ ਮਿਲੀ ਜਾ ਰਿਹਾ ਹੈ। ਇੰਝ ਲੱਗਦਾ ਹੈ ਦੁੱਖ ਹੈ ਹੀ ਨਹੀਂ ਸੰਸਾਰ ਵਿੱਚ। ਸ਼੍ਰੀ ਨਾਨਕ ਜੀ ਹੋ ਤੁਮ ਉਹੀ। ਇਹ ਹੁਣ ਕਿਰਪਾ ਕਰਕੇ ਦੱਸ ਦਿਓ ਤੁਸੀਂ ਉਹੀ ਗੁਰੂ ਨਾਨਕ ਦੇਵ ਜੀ ਹੋ ਨਾ, ਜਿਨ੍ਹਾਂ ਬਾਰੇ ਮੇਰੇ ਗੁਰਦੇਵ ਨੇ ਆਖਿਆ ਸੀ ਕਿ ਜਾਂ ਤੁਸੀਂ ਕੋਈ ਹੋਰ ਹੋ। ਇੰਨੀ ਕੁ ਕਿਰਪਾ ਕਰਕੇ ਮੈਨੂੰ ਦੱਸ ਦਿਓ। ਮੈਨੂੰ ਵੈਸੇ ਭਰੋਸਾ ਤਾਂ ਪੂਰਾ ਹੈ ਵੀ ਤੁਸੀਂ ਉਹੋ ਹੀ ਹੋ, ਪਰ ਫਿਰ ਵੀ ਮੈਂ ਪੁੱਛਦਾ ਹਾਂ ਕਿਉਂਕਿ ਅਲਪ ਬੁੱਧੀ ਹੈ, ਨਹੀਂ ਸਮਝ ਆਉਂਦੀ। ਤੁਸੀਂ ਦੱਸ ਦਿਓ ਕਿਰਪਾ ਕਰਕੇ। ਅਤੇ ਸਤਿਗੁਰੂ ਬੋਲੇ ਅਸ ਕਹਿ ਬੰਧਨ ਹੇਤ ਸਮੀਪਾ। ਸਤਿਗੁਰੂ ਕਹਿਣ ਲੱਗੇ ਹਾਂ ਭਾਈ ਅਸੀਂ ਉਹੋ ਹੀ ਹਾਂ ਜਿਨ੍ਹਾਂ ਨੂੰ ਤੂੰ ਆਪਦੇ ਗੁਰਦੇਵ ਪਾਸੋਂ ਸੁਣਿਆ ਹੈ ਨਾ। ਅਸੀਂ ਅਕਾਲ ਪੁਰਖ ਦੀ ਆਗਿਆ ਅਨੁਸਾਰ ਇਸ ਮਾਤ ਲੋਕ ਵਿੱਚ ਆਏ ਹਾਂ। ਇੰਨਾ ਜਦੋਂ ਸਤਿਗੁਰਾਂ ਨੇ ਹਲੇ ਆਖਿਆ ਹੀ ਹੈ, ਉਹ ਤਾਂ ਫਿਰ ਹੁਣ ਅੱਗੇ ਆ ਗਿਆ। ਪਹਿਲਾਂ ਦੂਰ ਖੜਾ ਸੀ, ਹੁਣ ਅੱਗੇ ਆ ਗਿਆ। ਜਿੱਥੇ ਸਤਿਗੁਰੂ ਜੀ ਰੁੱਖ ਦੀ ਛਾਇਆ ਹੇਠ ਬੈਠੇ ਆ ਨਾ, ਉੱਥੇ ਨੇੜੇ ਆ ਗਿਆ। ਗਇਓ ਜਹਾਂ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਸਮਾਨ ਪ੍ਰਕਾਸ਼ਕ ਐਸੇ ਗੁਰੂ ਨਾਨਕ ਦੇ ਮਹਾਰਾਜ ਜਿੱਥੇ ਬੈਠੇ ਆ ਨਾ, ਉੱਥੇ ਉਹ ਰਿਸ਼ੀ ਮੁਨੀ ਆ ਗਿਆ। ਕੀ ਕਰਨ ਆਇਆ ਹੈ? ਸੁਣੋ ਨਿਜ ਘਰ ਪਰ ਲੈ ਕੇ ਤਿਹ ਸੀਸੰ। ਉਹਨੇ ਆਉਂਦਿਆਂ ਸਾਰ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ ਹੈ। ਹਾਲੇ ਮੱਥਾ ਟੇਕਣ ਲੱਗਾ ਹੈ ਅਤੇ ਸਤਿਗੁਰੂ ਜੀ ਨੇ ਪਹਿਲਾਂ ਉਹਦੇ ਸੀਸ ਨੂੰ ਫੜ ਲਿਆ, ਰੋਕ ਦਿੱਤਾ ਪਹਿਲਾਂ।
ਕਹਿਣ ਲੱਗੇ ਆਦਰ ਕਰਤ ਭਏ ਜਗਦੀਸ਼ੰ, ਕਹਿਣ ਲੱਗੇ ਨਹੀਂ ਪਿਆਰੇ, ਤੂੰ ਵੀ ਪ੍ਰਭੂ ਦਾ ਪਿਆਰਾ ਹਾਂ, ਤੂੰ ਵੀ ਉਹਦਾ ਹੀ ਸਰੂਪ ਹੈ, ਇਸ ਕਰਕੇ ਸਾਨੂੰ ਮੱਥਾ ਨਾ ਟੇਕ, ਸਾਡੇ ਵਿੱਚ ਤੇ ਤੇਰੇ ਵਿੱਚ ਉਹ ਹੀ ਇੱਕ ਸਮਾਇਆ ਹੋਇਆ ਹੈ। ਇਉਂ ਸਤਿਗੁਰਾਂ ਨੇ ਬੜੇ ਪ੍ਰੇਮ ਨਾਲ ਉਹਦੇ ਸੀਸ ਨੂੰ ਫੜ ਕੇ ਰੋਕ ਲਿਆ ਹੈ। ਕਹਿਣ ਲੱਗੇ ਨਹੀਂ ਗੁਰਮੁਖਾ, ਇੱਦਾਂ ਨਹੀਂ, ਤੂੰ ਸਾਨੂੰ ਪ੍ਰਵਾਨ ਹੈ, ਤੇਰੀ ਡੰਡਾਓ, ਤੇਰਾ ਨਮਸਕਾਰ ਸਾਨੂੰ ਪ੍ਰਵਾਨ ਹੈ, ਤੂੰ ਸਾਡੇ ਅੱਗੇ ਝੁਕਣਾ, ਹੁਣ ਤੂੰ ਅੰਦਰੋਂ ਝੁਕ ਗਿਆ ਹੈ, ਸੀਸ ਨਵਾਇਆ ਕਿਆ ਥੀਐ, ਜਰਦਾ ਕਿਸੁਧੇ ਜਾਹੇ। ਬੜੇ ਲੋਕ ਸਿਰ ਵੀ ਨਵਾਉਂਦੇ ਆ, ਮਿੱਠਾ ਮਿੱਠਾ ਬੋਲਦੇ ਵੀ ਹੈ, ਪਰ ਜੇ ਹਿਰਦੇ ਵਿੱਚ ਕਪਟ ਹੈ, ਉਹ ਮਿੱਠਾ ਬੋਲਿਆ, ਉਹ ਸੀਸ ਨਵਾਉਣ ਦਾ ਕੀ ਲਾਹਾ। ਉਹ ਸੀਸ ਨਵਾਉਣ ਦਾ ਤਾਈਓ ਫਾਇਦਾ ਜੇ ਅੰਦਰੋਂ ਅਸੀਂ ਝੁਕੇ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਅੰਦਰੋਂ ਝੁਕ ਗਿਆ ਹਾਂ, ਤੈਨੂੰ ਹੁਣ ਬਾਹਰੋਂ ਸੀਸ ਨਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਉਂ ਕਰਕੇ ਸਤਿਗੁਰੂ ਜੀ ਨੇ ਉਹਨੂੰ ਰੋਕ ਦਿੱਤਾ। ਬੂਝਣ ਲੱਗੇ ਕੌਣ ਤੁਮ ਨਾਮੁ, ਸਤਿਗੁਰੂ ਕਹਿਣ ਲੱਗੇ ਐ ਗੁਰਮੁਖਾ, ਹੁਣ ਤੂੰ ਵੀ ਦੱਸ ਦੇ, ਤੇਰਾ ਕੀ ਨਾਮ ਹੈ, ਤੂੰ ਕੌਣ ਹੈ, ਤੂੰ ਵੀ ਆਪਣੇ ਬਾਰੇ ਕੁਛ ਦੱਸ ਸਾਨੂੰ। ਗੁਰ ਕੋ ਨਾਮ ਭਨੋ ਅਭਿਰਾਮੁ, ਅੱਛਾ ਜਿਹੜੇ ਤੇਰੇ ਗੁਰਦੇਵ ਹੈ, ਜਿਨ੍ਹਾਂ ਨੇ ਸਾਡੇ ਬਾਰੇ ਤੈਨੂੰ ਦੱਸਿਆ ਸੀ, ਉਹਨਾਂ ਦਾ ਕੀ ਨਾਮ ਹੈ, ਉਹ ਵੀ ਦੱਸ ਦਿਓ ਤੁਸੀਂ। ਮੋਹਿ ਨਾਮ ਕਲਿਆਣ ਲਖੀਜੈ, ਹੱਥ ਜੋੜ ਕੇ ਕਹਿਣ ਲੱਗਾ ਮੇਰਾ ਨਾਮ ਕਲਿਆਣ ਹੈ, ਤੇ ਮੇਰੇ ਗੁਰਦੇਵ ਦਾ ਸੀਲ ਸੈਨ ਗੁਰਨਾਮ ਜਨੀਜੈ, ਉਹ ਮੇਰੇ ਗੁਰੂਦੇਵ ਦਾ ਨਾਮ ਹੈ ਸੀਲ ਸੈਨ, ਉਹ ਵੀ ਅੰਦਰ ਕੁਟੀਆ ਵਿੱਚ ਬੈਠੇ ਹੈ। ਜੇ ਤੁਸੀਂ ਕਹਿੰਦੇ ਹੋ ਤੇ ਮੈਂ ਸੱਦ ਲਿਆਵਾਂ, ਉਹ ਬੜੇ ਖੁਸ਼ ਹੋਣਗੇ, ਕਿਉਂਕਿ ਉਹਨਾਂ ਨੇ ਸਾਨੂੰ ਜ਼ਿਕਰ ਕੀਤਾ ਸੀ। ਜਦੋਂ ਉਹ ਤੁਹਾਨੂੰ ਦੇਖਣਗੇ ਨਾ, ਤੇ ਮਹਾਰਾਜ ਮੈਂ ਸੱਚ ਕਹਿੰਦਾ ਹਾਂ, ਉਹ ਬਹੁਤ ਜ਼ਿਆਦਾ ਖੁਸ਼ ਹੋਣਗੇ, ਉਹ ਮੇਰੇ ਨਾਲੋਂ ਵੀ ਜ਼ਿਆਦਾ ਤੁਹਾਡਾ ਸਤਿਕਾਰ ਕਰਨਗੇ। ਇਉਂ ਕਹਿਣ ਲੱਗਾ ਤੁਮਰੇ ਦਰਸ਼ਨ ਮਿਲਿਓ ਦੁੱਖ ਹੰਤਾ, ਮਹਾਰਾਜ ਜਦੋਂ ਤੁਹਾਡੇ ਉਹ ਦਰਸ਼ਨ ਕਰਨਗੇ ਨਾ, ਤੇ ਉਹਨਾਂ ਦੇ ਸਾਰੇ ਦੁੱਖ ਉਤਰ ਜਾਣਗੇ। ਮੇਰੇ ਹੋਰ ਵੀ ਸਾਥੀ ਨੇ ਜਿਹੜੇ ਅਭਿਆਸ ਕਰਦੇ ਨੇ, ਕਈ ਸਾਲਾਂ ਤੋਂ ਸਮਾਧੀ ਵਿੱਚ ਬੈਠੇ ਨੇ। ਮਹਾਰਾਜ ਜੇ ਤੁਸੀਂ ਇਹ ਕਹਿੰਦੇ ਹੋ ਤੇ ਮੈਂ ਉਹਨਾਂ ਨੂੰ ਦੱਸ ਦਿਆਂ ਵੀ ਜਿਹੜੇ ਸਤਿਗੁਰਾਂ ਨੂੰ ਤੁਸੀਂ ਧਿਆਨ ਦੁਆਰਾ ਲੱਭਦੇ ਫਿਰਦੇ ਹੋ ਨਾ, ਜਿਹੜੇ ਵਾਹਿਗੁਰੂ ਨੂੰ ਤੁਸੀਂ ਧਿਆਨ ਦੁਆਰਾ ਖੋਜਦੇ ਹੋ, ਉਹ ਵਾਹਿਗੁਰੂ ਅੱਜ ਆਪਣੇ ਘਰੇ ਹੀ ਆ ਗਏ ਹੈ। ਮੈਂ ਉਹਨਾਂ ਨੂੰ ਦੱਸ ਦਿੰਦਾ ਜਾ ਕੇ, ਤੁਸੀਂ ਜੇ ਕਹਿੰਦੇ ਹੋ। ਤੇ ਮਹਾਰਾਜ ਕਹਿਣ ਲੱਗੇ ਜਪ ਤਪ ਸਗਲੋ ਸਫਲ ਭਵੰਤਾ, ਮਹਾਰਾਜ ਕਹਿਣ ਲੱਗੇ ਇਹ ਭਾਈ ਤੁਹਾਡਾ ਜਪ ਤਪ ਸਾਰਾ ਸਫਲਿਆ ਹੋ ਗਿਆ, ਤੁਹਾਡੀ ਨਿਰਮਾਨਤਾ ਨੇ ਤੁਹਾਨੂੰ ਉੱਚੀ ਅਵਸਥਾ ਪ੍ਰਾਪਤ ਕਰਾ ਦਿੱਤੀ ਹੈ। ਨਹੀਂ ਤੇ ਬੰਦਾ ਥੋੜ੍ਹਾ ਜਿੰਨੀ ਵੀ ਸਾਧਨਾ ਕਰਦਾ ਹੈ ਨਾ, ਥੋੜ੍ਹਾ ਜਿੰਨਾ ਵੀ ਨਾਮ ਜਪਦਾ ਤੇ ਦਰਸਾਉਣ ਲੱਗ ਪੈਂਦਾ ਲੋਕਾਂ ਨੂੰ, ਮੈਂ ਇੰਨਾ ਪਾਠ ਕਰਦਾ ਹਾਂ, ਮੈਂ 10 ਜਪਜੀ ਸਾਹਿਬ ਦੇ ਪਾਠ ਕਰਦਾ, ਜਾਂ ਮੈਂ 2 ਸੁਖਮਨੀ ਸਾਹਿਬ ਦੇ ਪਾਠ ਕਰਦਾ, ਇੱਦਾਂ ਜਣਾਉਣ ਲੱਗ ਪੈਂਦਾ। ਹਾਲੇ ਤਾਂ ਕੋਈ ਖੇਡ ਵੀ ਨਹੀਂ ਬਣੀ ਹੁੰਦੀ ਤੇ ਪਹਿਲਾਂ ਦੱਸ ਕੇ ਸਾਰਾ ਭਾਂਡਾ ਫੋੜ ਲੈਂਦਾ। ਪਰ ਜਿਹੜੇ ਗੁਰਮੁਖ ਹੈ, ਜਿਹੜੇ ਸਮਝਦੇ ਆ ਗੱਲ ਨੂੰ, ਉਹਨੂੰ ਪਤਾ ਹੈ ਵੀ ਜਦੋਂ ਭੋਜਨ ਆਪਾਂ ਖਾਣਾ ਹੈ ਤੇ ਲੋਕਾਂ ਨੂੰ ਦੱਸਣ ਦਾ ਕੀ ਫਾਇਦਾ। ਕਦੇ ਦੱਸਦੇ ਆ ਵੀ ਮੈਂ ਇੰਨਾ ਭੋਜਨ ਖਾਂਦਾ ਹਾਂ, ਪਰ ਸਿਰਫ ਭਗਤੀ ਬਾਰੇ ਦੇਖਿਆ ਜਾਂਦਾ ਹੈ, ਕਿਉਂਕਿ ਧਾਰਮਿਕ ਲੋਕ ਜਿਹੜੇ ਹੈ ਉਹ ਵੀ ਆਪ ਦਾ ਇੱਕ ਧਾਰਮਿਕ ਤੌਰ 'ਤੇ ਹੰਕਾਰ ਪੈਦਾ ਕਰਦੇ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਹ ਕਹਿ ਰਹੇ ਹੈ ਮਹਾਰਾਜ ਤੁਹਾਡੇ ਦਰਸ਼ਨ ਦੇਖ ਕੇ ਚਿੱਤ ਬਾਗੋ ਬਾਗ ਹੋ ਰਿਹਾ ਹੈ। ਸਤਿਗੁਰੂ ਕਹਿਣ ਲੱਗੇ ਵੀ ਤੁਸੀਂ ਨਿਹਾਲ ਇਉਂ ਨਹੀਂ ਹੋ ਰਹੇ ਹੋ, ਤੁਹਾਡਾ ਹਿਰਦਾ ਪਵਿੱਤਰ ਹੈ। ਜਿਹਦਾ ਹਿਰਦਾ ਪਵਿੱਤਰ ਹੈ ਨਾ, ਉਹ ਹਰ ਕਿਸੇ ਨੂੰ ਸਵੀਕਾਰ ਕਰੇਗਾ, ਉਹ ਦੁਸ਼ਮਣ ਨੂੰ ਵੀ ਝੱਲ ਲਵੇਗਾ, ਉਹ ਆਪ ਦੇ ਸ਼ਰੀਕ ਨੂੰ ਵੀ ਝੱਲ ਲਏਗਾ। ਜਿਹਦੇ ਹਿਰਦੇ ਵਿੱਚ ਮੈਲ ਹੈ, ਉਹ ਸਕੇ ਭਰਾ ਨੂੰ ਵੀ ਬਰਦਾਸ਼ਤ ਨਹੀਂ ਕਰ ਸਕੇਗਾ, ਉਹ ਆਪ ਦੇ ਮਿੱਤਰ ਦੀ ਵੀ ਪ੍ਰਭਤਾ ਬਰਦਾਸ਼ਤ ਨਹੀਂ ਕਰ ਸਕੇਗਾ, ਜਿਹਦੇ ਅੰਦਰ ਈਰਖਾ ਹੈ। ਅਤੇ ਤੁਸੀਂ ਈਰਖਾ ਤੋਂ ਰਹਿਤ ਹੋ, ਤੁਹਾਡਾ ਜਪ ਤਪ ਸਫਲਿਆ ਹੋ ਗਿਆ। ਇਉਂ ਸਤਿਗੁਰੂ ਜੀ ਨੇ ਬੜੇ ਸੁੰਦਰ ਸੁੰਦਰ ਬਚਨ ਕੀਤੇ। ਇਉਂ ਮਿਲ ਗਮਨਿਓ ਆਸ਼ਰਮ ਆਪਣੇ, ਇਸ ਤਰ੍ਹਾਂ ਕਹਿੰਦਾ ਹੋਇਆ ਆਪ ਦੇ ਆਸ਼ਰਮ ਨੂੰ ਚਲਾ ਗਿਆ। ਜਿਹੜੀ ਕੁਟੀਆ ਬਣੀ ਸੀ ਨਾ, ਜਿੱਥੇ ਬਾਕੀ ਸਾਧਕ ਰਹਿ ਰਹੇ ਸੀ, ਉੱਥੇ ਚਲਾ ਗਿਆ। ਜਹ ਬਹੁ ਤਪੀ ਕਰਹਿ ਬੜ ਤਪਨ, ਜਿੱਥੇ ਬੜੇ ਹਠੀਏ ਤਪੀਏ ਸਾਧਨਾ ਕਰਦੇ ਪਏ ਸੀ। ਸੋ ਉਹ ਵਿਚਾਰ ਆਪਾਂ ਅੱਗੇ ਸੁਣਾਂਗੇ। ਜਿਸ ਪ੍ਰਕਾਰ ਉਹ ਸਾਰੇ ਸਾਧੂ ਮਹਾਤਮਾ ਸਤਿਗੁਰਾਂ ਦੇ ਚਰਨ ਸਪਰਸ਼ ਕਰਨਗੇ ਅਤੇ ਕਹਿਣਗੇ ਮਹਾਰਾਜ ਸਾਡੀ ਕਲਿਆਣ ਕਰੋ, ਮਹਾਰਾਜ ਜਨਮਾਂ ਜਨਮਾਂਤਰਾਂ ਤੋਂ ਭਟਕੇ ਹੋਏ ਹਾਂ, ਹੁਣ ਕਿਰਪਾ ਕਰਕੇ ਸਾਨੂੰ ਬਖਸ਼ ਲਿਓ। ਔਰ ਸਤਿਗੁਰੂ ਮਹਾਰਾਜ ਇਹੋ ਜਿਹੇ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ, ਜੋ ਸ਼ਰਨ ਆ ਜਾਏ। ਜਿਹਨੇ ਵੀ ਇੱਕ ਵਾਰੀ ਮਹਾਰਾਜ ਦੀ ਸ਼ਰਨ ਪਕੜੀ ਹੈ, ਪਰ ਸਤਿਗੁਰੂ ਉਹਨੂੰ ਭੁਲਾਉਂਦੇ ਨਹੀਂ ਕਦੇ ਵਾਸਤੇ। ਬੰਦਾ ਭਾਵੇਂ ਛੱਡ ਕੇ ਚਲਾ ਵੀ ਜਾਏ, ਪਰ ਗੁਰੂ ਯਾਦ ਰੱਖਦੇ ਉਹਨੂੰ,
ਉਹਨੂੰ ਭੁਲਾਉਂਦੇ ਨਹੀਂ ਜਿਹੜਾ ਇੱਕ ਵਾਰੀ ਸ਼ਰਨ ਵਿੱਚ ਆਇਆ ਹੋਏ। ਇਸ ਕਰਕੇ ਉਹ ਜਿਹੜੀ ਵਾਰਤਾ ਆਪਾਂ ਅੱਗੇ ਸੁਣਾਂਗੇ, ਤੁਸ਼ ਬੁੱਧੀ ਨਾਲ ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਗੁਰੂ ਪਿਆਰੇ ਹੋ, ਗੁਰੂ ਸਵਾਰੇ ਹੋ, ਕਿਰਪਾ ਕਰਕੇ ਬਖਸ਼ ਲੈਣਾ। ਇਸੇ ਤਰ੍ਹਾਂ ਵਿਚਾਰਾਂ ਕਰਨ ਦੀ ਸਮਰੱਥਾ ਬਖਸ਼ਣੀ। ਆਪ ਸਮਰੱਥ ਹੋ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਸਮਾਪਤੀ ਵਿੱਚ ਸਾਂਝ ਪਾਈਏ। ਇਉ ਮਿਲ ਗਮਨਿਓ ਆਸ਼ਰਮ ਆਪਨ, ਜਹ ਬਹੁ ਤਪੀ ਕਰਹਿ ਬੜ ਤਪਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।